ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਿਰ ਸ਼ਾਹਾਂ ਪਾਤਸ਼ਾਹ, ਨੇਹ ਚਲ ਚੌਰ ਛੱਤ। ਹੌਲੀ ਵੱਡੀ ਵੱਡਾ ਭਾਰ ਤੇਰਾ ਮਰਤਬਾ, ਰੰਗ ਪ੍ਰੰਗ ਨਿਕ ਨ ਜਪ ਨੂੰ ਕਰਤਬਾ। ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰੇ ਵਾਸਤੇ ਰੱਖ ਭਲਾ। ਤੇਰਾ ਘਰ ਆਨੰਦ ਵਧਾਈ ਤੁਧ ਘਰ, ਮਾਨ ਮਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾਸ ਦਾਸ ਤੁਧ ਆਗੇ ਬਿਨਵਤਾ। ਵਾਹਿਗੁਰੂ। ਪੌੜੀ ਵਡਿਓ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪ੍ਰੰਗ ਅਨੇਕ ਨਾ ਜਾਪਨ ਕਰਤਬਾ। ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰੇ ਵਾਸਤੇ ਰੱਖ ਹਰ ਭਲਾ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ। ਸਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ, ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਮ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ, ਬੰਦਨ ਪਾਦ। ਸਿਮਰੋ ਅੰਗਦ, ਗੁਰ ਅਮਰਦਾਸ ਹਿਰਦੈ। ਨਿਤ ਧਿਆਵੋ ਹਿਰਦੈ, ਸ਼੍ਰੀ ਗੁਰੂ ਰਾਮਦਾਸ। ਗੁਰੂ ਅਰਜਨ ਬਿਘਨਨ, ਬਿਘਨਨ। ਹਰ ਗੋਬਿੰਦ ਸ਼ੁਭ ਮਤ, ਸ਼੍ਰੀ ਹਰਿ ਰਾਏ ਨਮੋ ਕਰ, ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ
ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋਂ ਤਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬੇਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਚਰਨ ਕਮਲ ਸਤਿਗੁਰੂ ਕੇ ਸੁਖ ਕੋ ਸਦਨ ਪਛਾਨ ਬਸ ਹੈ ਸਦਾ ਮਨ ਸਥਿਰ ਹੋਵੇ ਲਹ ਹੈ ਪਰਮ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ। परम सत्कारयोग सम्मानयोग गुरु की साजी और नवाजी हुई गुरु का खास रूप गुरु खालसा साध संगत जीओ बड़भागी हो के नेता प्रति धन गुरु ग्रंथ साहिब जी की पवित्र हजूरी च हाजरियां भर के सतगुरु नौवें पातशाह तिलक जंजू दे राखे धन गुरु तेग बहादुर साहिब जी दे पवित्र पावन चरण छो प्राप्त इतिहासक स्थान ते जुड़ के गुरु की अमृतमयी कथा गुरु नानक साहब जी की अमृतमयी इतिहास की कथा बहुत ही अदब सत्कार ते शरधा सहित आप जी सरवण कर रहे हो। जगत गुरु गुरु नानक साहिब ਇੱਕ ਵਣਜਾਰਿਆਂ ਦੇ ਨਗਰ ਵਿੱਚ ਗਏ ਨੇ ਜਿੱਥੇ ਵਣਜਾਰਿਆਂ ਦੇ ਸਰਦਾਰ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤੇ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ। ਸਤਿਗੁਰੂ ਜੀ ਬਾਹਰ ਉਤਰੇ ਨੇ, ਬੜੀ ਰੌਣਕ ਲੱਗੀ ਹੋਈ। ਕਿਸੇ ਨੇ ਆਣ ਕੇ ਸਤਿਗੁਰਾਂ ਦੀ ਖਬਰ ਨਹੀਂ ਪੁੱਛੀ, ਕੋਈ ਜਲ ਪਾਣੀ ਲੰਗਰ ਪ੍ਰਸ਼ਾਦੇ ਦੀ ਸੇਵਾ ਨਹੀਂ ਕੀਤੀ। ਮਰਦਾਨਾ ਕਹਿੰਦਾ ਮਹਾਰਾਜ ਕਿੱਦਾਂ ਦੇ ਲੋਕ ਨੇ, ਇਹਨਾਂ ਦੇ ਨਗਰ ਵਿੱਚ ਆਏ ਹਾਂ ਤੇ ਆਪਣੀ ਖੁਸ਼ੀ ਵਿੱਚ ਮਸਤ ਤੇ ਵਿਅਸਤ ਨੇ, ਇਹ ਆਪਣੇ ਤੱਕ ਪਹੁੰਚੇ ਨਹੀਂ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਹ ਲੇਖਾ ਲੈਣ ਆਇਆ ਇਹਨਾਂ ਤੋਂ। ਹੁਣ ਇਹ ਹੱਸ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ, ਪਰ ਸਵੇਰੇ ਉਸ ਬੱਚੇ ਨੇ ਚਲਾਣੇ ਕਰ ਜਾਣਾ ਤੇ ਇੱਥੇ ਹੀ ਚੇਖ ਝਾੜਾ ਪਿਆ ਹੋਵੇਗਾ। ਗੁਰੂ ਬਾਬਾ ਜੀ ਨੇ ਕੋਈ ਇਹ ਸਰਾਪ ਨਹੀਂ ਸੀ ਦਿੱਤਾ ਇਹਨਾਂ ਨੂੰ, ਜਿਹੜਾ ਅੱਗੇ ਆਉਣ ਵਾਲੇ ਸਮੇਂ 'ਚ ਵਰਤਾਰਾ ਵਰਤਣਾ ਸੀ ਉਹ ਦੱਸਿਆ। ਅਗਲੇ ਦਿਨ ਜਦੋਂ ਇਹੀ ਖੇਡ ਵਰਤ ਗਈ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਮਹਾਰਾਜ ਜੀ ਨੇ ਇਹਨਾਂ ਨੂੰ ਉਸ ਵਕਤ ਉਪਦੇਸ਼ ਦੇ ਕੇ ਕਿਰਤਾਰਥ ਕੀਤਾ। ਪਾਵਨ ਸ਼ਬਦ ਸ੍ਰੀ ਰਾਗ ਦੇ ਵਿੱਚ ਪਾਤਸ਼ਾਹ ਨੇ ਉਚਾਰਿਆ, ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ। ਇਹ ਸ਼ਬਦ 4 ਪਹਿਰਾਂ ਦੁਆਰਾ ਉਪਦੇਸ਼ ਦੇ ਕੇ ਨਿਵਾਜਿਆ।
ਮਨੁੱਖੀ ਜ਼ਿੰਦਗੀ ਨੂੰ ਮਹਾਰਾਜ ਜੀ ਨੇ 4 ਪਹਿਰਾਂ ਵਿੱਚ ਵੰਡਿਆ। ਪਹਿਲਾ ਪਹਿਰ, ਦੂਜਾ ਪਹਿਰ, ਤੀਜਾ ਤੇ ਚੌਥਾ। ਇੱਥੋਂ ਗਰੀਬ ਨਵਾਜ ਪਾਤਸ਼ਾਹ ਜੀ ਅੱਗੇ ਵਧੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਵਿੱਤਰ ਕਥਾ ਸਰਵਣ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਸਰੀਰ ਕਰਕੇ ਹਾਜ਼ਰ ਹੋਏ ਹੋ, ਮਨ ਕਰਕੇ ਹਾਜ਼ਰ ਹੋਵੋ। ਮਨ ਗੁਰੂ ਚਰਨਾਂ ਵਿੱਚ ਜੋੜਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਚਰਨ ਕਮਲ ਸਤਿਗੁਰੂ ਕੇ ਸੁਖ ਕੋ ਸਦਨ ਪਛਾਨ। ਸਤਿਗੁਰੂ ਜੀ ਦੇ ਚਰਨ ਕਮਲ ਸੁਖ ਦਾ ਘਰ ਹਨ। ਸੁਖ ਕੋ ਸਦਨ, ਸਦਨ ਕਹਿੰਦੇ ਨੇ ਘਰ ਨੂੰ। ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨ ਸੁੱਖਾਂ ਦਾ ਘਰ ਹੈ। ਇਹ ਆਪਣੇ ਮਨ 'ਚ ਪਹਿਚਾਣ ਲਓ। ਬਸ ਹੈ ਸਦਾ ਮਨ ਸਥਿਰ ਹੋਵੇ, ਲਹੈ ਪਰਮ ਕਲਿਆਣ। ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਦੇ ਚਰਨ ਜਿਨ੍ਹਾਂ ਦੇ ਹਿਰਦਿਆਂ ਵਿੱਚ, ਜਿਨ੍ਹਾਂ ਦੇ ਮਨਾਂ ਵਿੱਚ ਸਦਾ ਲਈ ਵਸਦੇ ਨੇ, ਉਹਨਾਂ ਦੇ ਮਨ ਸदैਵੀ ਕਾਲ ਲਈ ਸਥਿਰ ਤੇ ਇਕਾਗਰ ਹੋ ਜਾਂਦੇ ਨੇ ਔਰ ਉਹ ਪਰਮ ਕਲਿਆਣ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਨ। ਉਹਨਾਂ ਨੂੰ ਪਰਮ ਕਲਿਆਣ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸ੍ਰੀ ਬਾਲਾ ਸੰਦੂਰ ਵਾਚ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸਰਵਣ ਕਰਾ ਰਹੇ ਹਨ। ਚੌਪਈ ਸ੍ਰੀ ਅੰਗਦ ਸੁਨੀਏ ਗੁਣ ਭਵਨੰ। ਇਹ ਗੁਣਾਂ ਦੇ ਭਵਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਆਪ ਜੀ ਇਹ ਅੰਮ੍ਰਿਤਮਈ ਕਥਾ ਸਰਵਣ ਕਰੋ। ਦੇਹ ਤੇ ਕੀਨ ਗੁਰੂ ਪੁਨ ਗਵਨੰ। ਗੁਣਾਂ ਦੇ ਸਾਗਰ ਸਤਿਗੁਰੂ ਗੁਰੂ ਨਾਨਕ ਸਾਹਿਬ ਵਣਜਾਰਿਆਂ ਦੀ ਇਸ ਬਸਤੀ ਚੋਂ ਇਹਨਾਂ ਨੂੰ ਕਿਰਤਾਰਥ ਕਰਕੇ ਪਾਤਸ਼ਾਹ ਜੀ ਅੱਗੇ ਚੱਲੇ ਹਨ। ਲਵਪੁਰ ਕੇ ਜਬ ਗਏ ਸਮੀਪਾ। ਚਲਦਿਆਂ ਚਲਦਿਆਂ ਮਹਾਰਾਜ ਜੀ ਲਾਹੌਰ ਸ਼ਹਿਰ ਦੇ ਨੇੜੇ ਪਹੁੰਚੇ ਨੇ। ਲਾਹੌਰ ਸ਼ਹਿਰ ਦੇ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹਨ। ਕਰੀ ਸਥਿਤ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ ਸਤਿਗੁਰੂ ਲਾਹੌਰ ਦੇ ਨੇੜੇ ਆ ਕੇ ਇੱਕ ਟਿਕਾਣਾ ਕਰਕੇ ਸਤਿਗੁਰੂ ਜੀ ਬੈਠ ਗਏ। ਤੁਨੀ ਚੰਦ ਤਹ ਬਨੀਆ ਭਾਰੀ। ਇਸ ਲਾਹੌਰ ਸ਼ਹਿਰ ਦਾ ਇੱਕ ਸੱਜਣ ਪੁਰਸ਼ ਸੀ ਜਿਹਦਾ ਨਾਮ ਸੀ ਦੁਨੀ ਚੰਦ। ਇਹ ਬਾਣੀਆਂ ਸੀ, ਬਣੀਆਂ ਸੀ, ਦੁਕਾਨਦਾਰੀ ਕਰਦਾ ਸੀ, ਵਪਾਰ ਕਰਦਾ ਸੀ। ਬਣੀਆਂ ਹੈ ਬੜਾ ਵੱਡਾ ਪ੍ਰਸਿੱਧ ਬਣੀਆਂ ਹੈ ਲਾਹੌਰ ਸ਼ਹਿਰ ਦਾ ਔਰ ਇਹਦਾ ਨਾਮ ਦੁਨੀ ਚੰਦ ਹੈ। ਗੁਰ ਕੀਰਤ ਤਿਸ ਸੁਨੀ ਅਗਾਰੀ। ਇਹਨੇ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਪਹਿਲੋਂ ਸੁਣੀ ਹੋਈ ਸੀ ਕਿਉਂਕਿ ਲਾਹੌਰ ਵਿੱਚ ਮਹਾਰਾਜ ਜੀ ਦੀ ਸਿੱਖੀ ਸੇਵਕੀ ਸੀ। ਉਹਨਾਂ ਕੋਲੋਂ ਭਾਈ ਦੁਨੀ ਚੰਦ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਵਡਿਆਈਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਸਿਫਤਾਂ ਸੁਣੀਆਂ ਹੋਈਆਂ ਸਨ। ਤਿਹ ਦਿਨ ਕੀਨੋ ਸ਼ਰਾਧ ਬਿਸਾਲਾ। ਜਿਸ ਦਿਨ ਸਤਿਗੁਰੂ ਜੀ ਲਾਹੌਰ ਸ਼ਹਿਰ ਦੇ ਕੋਲ ਆਏ ਨੇ ਉਸੇ ਦਿਨ ਹੀ ਦੁਨੀ ਚੰਦ ਨੇ ਆਪਣੇ ਘਰ ਵਿੱਚ ਸਰਾਧ ਰੱਖਿਆ ਹੋਇਆ ਸੀ। ਆਪਣੇ ਪਿਓ ਦਾ ਸਰਾਧ ਇਹਨੇ ਕੀਤਾ ਹੋਇਆ ਸੀ। ਪਿਤ ਕੀ ਬਰਸੀਣੀ ਲਖ ਕਾਲਾ। ਇਹਦੇ ਪਿਤਾ ਦੀ ਬਰਸੀ ਸੀ, ਸਾਲਾਨਾ ਬਰਸੀ ਜਿਵੇਂ ਹੁੰਦੀ ਹੈ ਤੋ ਸਾਲ ਭਰ ਪਹਿਲਾਂ ਉਹ ਗੁਜ਼ਰ ਚੁੱਕਾ ਸੀ। ਤੋ ਸਾਲਾਨਾ ਬਰਸੀ ਇਹਨੇ ਆਪਣੇ ਪਿਤਾ ਦੀ ਮਨਾਈ ਤੇ ਉਸ ਦਿਨ ਸਰਾਧ ਕੀਤਾ ਹੋਇਆ ਹੈ। ਸੁਨ ਕਰ ਆਗਮ ਕਿਰਪਾ ਨਿਕੇਤਾ। ਜਦੋਂ ਦੁਨੀ ਚੰਦ ਨੂੰ ਪਤਾ ਲੱਗਾ ਕਿ ਕਿਰਪਾ ਦੇ ਖਜ਼ਾਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੱਜ ਸਬੱਬੀ ਸਾਡੇ ਨਗਰ ਆਏ ਹੋਏ ਨੇ, ਸੋ ਆਵਾਲੇ ਨੇ ਕੇ ਹੇਤਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ ਕਿ ਮਹਾਰਾਜ ਜੀ ਨੂੰ ਘਰ ਲੈ ਕੇ ਚੱਲਾਂ ਤੇ ਪ੍ਰਸ਼ਾਦਾ ਛਕਾਵਾਂ, ਸੇਵਾ ਟਹਿਲ ਕਰਾਂ। ਮਨ 'ਚ ਭਾਵਨਾ ਰੱਖ ਕੇ ਭਾਈ ਦੁਨੀ ਚੰਦ
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਲੈਣ ਵਾਸਤੇ ਆਇਆ। ਪਦ ਅਰਬਿੰਦ ਸੋ ਬੰਧਨ ਕੀਨਾ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਦੁਨੀ ਚੰਦ ਨੇ ਬੰਦਨਾ ਕੀਤੀ, ਮੱਥਾ ਟੇਕਿਆ। ਬਿਨੈ ਪਨੀ ਬਹੁ ਹੋਇਓ ਦੀਨਾ। ਦੀਨ ਹੋ ਕੇ ਬੜੇ ਸਨਿਮਰ ਭਾਵ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਦੁਨੀ ਚੰਦ ਨੇ। ਪੂਰਨ ਪੁਰਖ ਲਖੋ ਹਮ ਪ੍ਰੀਤਾ। ਮਹਾਰਾਜ ਜੀ ਤੁਸੀਂ ਪੂਰਨ ਪੁਰਖ ਅਚੋਤ ਅਬਨਾਸੀ ਹੋ, ਮੇਰੇ ਅੰਦਰ ਦੀ, ਮੇਰੇ ਹਿਰਦੇ ਦੀ ਪ੍ਰੀਤ ਜਾਣੋ। ਚਲਹੁ ਸਦਨ ਕੋ ਕਰਹੁ ਪੁਨੀਤਾ। ਆਪ ਜੀ ਚੱਲ ਕੇ ਮੇਰੇ ਘਰ ਚਰਨ ਪਾਓ ਤੇ ਮੇਰਾ ਘਰ ਪੁਨੀਤ ਹੋਵੇ, ਮੇਰਾ ਘਰ ਪਾਵਨ ਤੇ ਪਵਿੱਤਰ ਹੋ ਜਾਵੇ। ਤਿਹ ਬਿਲੋਕ ਕੈ ਪ੍ਰੇਮ ਬਿਸਾਲਾ। ਬੇਦੀ ਕੁਲਦੀਪ ਸਤਿਗੁਰੂ ਜੀ ਨੇ ਭਾਈ ਦੁਨੀ ਚੰਦ ਦਾ ਪ੍ਰੇਮ ਵੇਖਿਆ ਕਿ ਪ੍ਰੇਮ ਭਾਵ ਨਾਲ ਦੁਨੀ ਚੰਦ ਨੇ ਬੇਨਤੀ ਕੀਤੀ ਹੈ। ਇਹਦੇ ਅੰਦਰ ਦੀ ਪ੍ਰੀਤ ਤੇ ਪ੍ਰੇਮ ਸਤਿਗੁਰੂ ਜੀ ਨੇ ਪਰਖਿਆ। ਗਮਨ ਕੀਓ ਉਠ ਸੰਗ ਕਿਰਪਾਲਾ। ਪਰਮ ਕਿਰਪਾਲੂ ਸਤਿਗੁਰੂ ਜੀ ਦੁਨੀ ਚੰਦ ਦੇ ਨਾਲ ਉੱਠ ਕੇ ਚੱਲ ਪਏ। ਉਤੋ ਸਦਨ ਜੋ ਅਧਿਕ ਬਚਿਤਰਾ। ਇਹਨੇ ਘਰ ਕਿਉਂਕਿ ਬਣੀਆਂ ਸੀ, ਬੜਾ ਵੱਡਾ ਵਪਾਰੀ ਸੀ, ਧਨਵਾਨ ਸੀ, ਸ਼ਾਹੂਕਾਰ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਹਦੇ ਉਸ ਘਰ ਵਿੱਚ ਗਏ ਨੇ ਜਿਹੜਾ ਬੜਾ ਬਚਿੱਤਰ ਘਰ ਬਣਾਇਆ ਹੋਇਆ। ਬਚਿੱਤਰ ਦਾ ਮਤਲਬ ਹੁੰਦਾ ਹੈ ਕਿ ਅਦਭੁਤ, ਬੜਾ ਸੁੰਦਰ, ਜਿਹਦੀ ਰਚਨਾ ਬੜੀ ਸੋਹਣੀ ਰਚੀ ਹੋਈ ਹੈ। ਤਹਾਂ ਬਸਾਏ ਪਰਮ ਪਵਿੱਤਰਾ। ਸੋਹਣਾ ਆਸਣ ਲਾ ਕੇ ਪਰਮ ਪਵਿੱਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇਹਨੇ ਘਰ ਬਿਠਾ ਕੇ ਮਹਾਰਾਜ ਜੀ ਦੀ ਸੇਵਾ ਟਹਿਲ ਕਰਨੀ ਸ਼ੁਰੂ ਕੀਤੀ। ਆਪ ਸ਼ਰਾਧ ਸਰਬ ਕਰਵਾਵਾ। ਸਤਿਗੁਰੂ ਜੀ ਨੂੰ ਬਿਠਾਇਆ ਤੇ ਸਰਾਧ, ਕਿਉਂਕਿ ਸਰਾਧ ਚੱਲ ਰਿਹਾ ਸੀ ਘਰ 'ਚ, ਬੜੇ ਬੜੇ ਬ੍ਰਾਹਮਣ ਤੇ ਲੋਕ ਉਹ ਸਰਾਧ ਦਾ ਭੋਜਨ ਛਕਣ ਆਏ ਹੋਏ ਸੀ। ਤੋ ਗਰੀਬ ਨਵਾਜ ਪਾਤਸ਼ਾਹ ਜੀ ਬੈਠ ਗਏ ਤੇ ਦੁਨੀ ਚੰਦ ਉਹ ਸੇਵਾ ਕਰਨ ਲੱਗ ਪਿਆ, ਸਰਾਧ ਕਰਾਉਣ ਲੱਗ ਪਿਆ। ਬਹੁ ਬਿਪਰਨ ਕੋ ਭੋਜਨ ਖਵਾਵਾ। ਬੜੇ ਬ੍ਰਾਹਮਣ ਆਏ ਹੋਏ, ਉਹਨਾਂ ਬ੍ਰਾਹਮਣਾਂ ਨੂੰ ਖੀਰ ਖਵਾ ਰਿਹਾ ਹੈ। ਜਬ ਸ਼੍ਰੀ ਗੁਰ ਕੇ ਗਇਓ ਸਮੀਪਾ। ਬ੍ਰਾਹਮਣਾਂ ਨੂੰ ਖੀਰ ਖਵਾ ਕੇ ਜਦੋਂ ਦੁਨੀ ਚੰਦ ਉਹਨਾਂ ਬ੍ਰਾਹਮਣਾਂ ਵੱਲੋਂ ਵਿਹਲਾ ਹੋ ਕੇ ਸਤਿਗੁਰੂ ਜੀ ਦੇ ਕੋਲ ਆਇਆ। ਤਬ ਬੋਲੇ ਬੇਦੀ ਕੁਲ ਦੀਪਾ। ਬੇਦੀ ਕੁਲ ਸ਼੍ਰੋਮਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਵਕਤ ਬੋਲੇ, ਕਹਿਣ ਲੱਗੇ, ਕਿਹ ਕਾਰਨ ਤੇ ਕੀਨ ਆਹਾਰਾ। ਮਹਾਰਾਜ ਜੀ ਕਹਿੰਦੇ ਦੁਨੀ ਚੰਦ ਇਹ ਭੋਜਨ ਕਾਹਦੇ ਲਈ ਕੀਤਾ ਹੋਇਆ? ਅੱਜ ਆ ਘਰ ਵਿੱਚ ਸੱਦ ਕੇ ਬ੍ਰਾਹਮਣਾਂ ਨੂੰ ਭੋਜਨ ਛਕਾ ਰਿਹਾ, ਇਹ ਕਸ ਵਾਸਤੇ ਅੱਜ ਕਿਸ ਕਾਰਨ ਲਈ ਕੀਤਾ ਹੋਇਆ ਹੈ? ਬਹੁਤੇ ਨਰਨ ਬੁਲਾਏ ਖੁਵਾਰਾ। ਬਹੁਤ ਸਾਰਿਆਂ ਨਰਾਂ ਨੂੰ ਘਰ ਵਿੱਚ ਸੱਦ ਕੇ ਤੂੰ ਇਹ ਭੋਜਨ ਛਕਾ ਰਿਹਾ ਤੇ ਆ ਬਹੁਤ ਸਾਰੇ ਲੋਕ ਤੂੰ ਆਪਣੇ ਘਰ 'ਚ ਭੋਜਨ ਤੇ ਸੱਦੇ ਹੋਏ ਨੇ। ਭੀਰ ਭੂਰ ਤੇਰੇ ਘਰ ਮਾਹੀ। ਤੇ ਭੀੜ ਲੱਗੀ ਹੋਈ ਆ ਤੇਰੇ ਘਰ ਵਿੱਚ, ਕੋਈ ਅੱਜ ਸਮਾਗਮ ਕੀਤਾ ਘਰ 'ਚ, ਆ ਭੰਡਾਰਾ ਕੀਤਾ ਹੈ, ਕਾਹਦੇ ਵਾਸਤੇ ਅੱਜ ਦਾ ਇਹ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਹੋਇਆ ਹੈ? ਕਹੋ ਬ੍ਰਿਤੰਤ ਸਬੈ ਹਮ ਪਾਹੀ। ਇਹ ਦੁਨੀ ਚੰਦ ਦੱਸ ਆਪਣਾ ਸਾਰਾ ਬਿਰਤਾਂਤ, ਇਹ ਕਿਸ ਕਾਰਨ ਲਈ ਕੀਤਾ ਹੋਇਆ ਹੈ? ਦੁਨੀ ਚੰਦ ਦੋਊ ਕਰ ਬੰਦੇ। ਮਹਾਰਾਜ ਜੀ ਦੇ ਬਚਨ ਸੁਣ ਕੇ ਦੁਨੀ ਚੰਦ ਨੇ ਆਪਣੇ ਦੋਵੇਂ ਹੱਥ ਜੋੜੇ। ਬੋਲਿਓ ਸੁਨੀਏ ਪ੍ਰਭੂ ਮੁਕੰਦੇ। ਕਹਿਣ ਲੱਗਾ, ਹੇ ਮੁਕਤੀ ਦਾਤੇ ਸਤਿਗੁਰੂ ਜੀ ਸੁਣੋ, ਮੈਂ ਆਪ ਜੀ ਨੂੰ ਦੱਸਦਾ ਹਾਂ। ਦਿਵਸ ਆਜ ਕੇ ਮੇਰੋ ਤਾਤਾ। ਮਹਾਰਾਜ ਜੀ ਅੱਜ ਦੇ ਦਿਨ ਮੇਰਾ ਪਿਤਾ ਗਾ ਪਰਲੋਕ ਹੁਤੋ ਬਖਿਆਤਾ। ਮਹਾਰਾਜ ਜੀ ਉਹ ਪਰਲੋਕ ਗਮਨ ਕਰ ਗਿਆ ਸੀ। ਅੱਜ ਦੇ ਦਿਨ ਮੇਰਾ ਪਿਤਾ ਪਰਲੋਕ ਗਮਨ ਕਰ ਗਿਆ ਸੀ, ਉਹਦੀ ਮੌਤ ਹੋਈ ਸੀ। ਤਿਹ ਨਮਿਤ ਮੈਂ ਕੀਨ ਆਹਾਰਾ। ਇਹ ਭੋਜਨ ਅੱਜ ਮੈਂ ਉਹਦੇ ਨਿਮਿਤ ਕੀਤਾ ਹੋਇਆ, ਉਹਦੇ ਨਿਮਿਤੇ ਸਰਾਧ ਦਾ ਭੋਜਨ ਕੀਤਾ ਹੋਇਆ। ਪੁਰ ਕੇ ਬਿਪਰਨ ਸਰਬ ਖੁਵਾਰਾ। ਤੇ ਸਰਾਧ ਦਾ ਇਹ ਭੋਜਨ ਕਰਕੇ ਤੇ ਮੈਂ ਨਗਰ ਦੇ ਜਿਹੜੇ ਬ੍ਰਾਹਮਣ ਨੇ ਉਹਨਾਂ ਸਾਰੇ ਬ੍ਰਾਹਮਣਾਂ ਨੂੰ ਸੱਦ ਕੇ ਭੋਜਨ ਛਕਾਇਆ ਹੈ। ਪੁਨ ਬੂਝਿਓ ਸ਼੍ਰੀ ਨਾਨਕ ਤਾਹੀ। ਜਦੋਂ ਦੁਨੀ ਚੰਦ ਨੇ ਇਦਾਂ ਦੱਸਿਆ ਨਾ ਜੀ ਇਹ ਸਰਾਧ ਦਾ ਭੋਜਨ ਹੈ, ਆਪਣੇ ਪਿਤਾ ਦੇ ਨਿਮਿਤ ਕੀਤਾ ਹੈ, ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਤਵ ਪਿਤ ਪ੍ਰਾਪਤ ਭਇਓ ਕੇ ਨਾਹੀ। ਮਹਾਰਾਜ ਜੀ ਕਹਿੰਦੇ ਦੁਨੀ ਚੰਦ ਇਹ ਦੱਸ
ਇਹ ਜਿਹੜਾ ਪ੍ਰਸ਼ਾਦਾ ਤੂੰ ਆਪਣੇ ਪਿਤਾ ਦੇ ਨਿਮਿਤ ਕੀਤਾ ਉਹਨੂੰ ਮਿਲਿਆ ਹੋਵੇਗਾ ਕਿ ਨਹੀਂ ਮਿਲਿਆ ਹੋਣਾ? ਗਰੀਬ ਨਵਾਜ ਪੁੱਛਦੇ, ਉਹਨੂੰ ਪਹੁੰਚ ਗਿਆ ਹੋਣਾ, ਮਿਲ ਗਿਆ ਹੋਣਾ ਕਿ ਨਹੀਂ ਮਿਲਿਆ? ਕਈਆਂ ਦਾ ਹੁੰਦਾ, ਕਹਿੰਦੇ ਜੀ ਜਿਹੜੇ ਛੱਤ ਤੇ ਰੱਖ ਦਿਓ ਉਹ ਕਾਂ ਖਾ ਜਾਂਦੇ ਐ। ਉਹ ਕਾਂ ਖਾ ਕੇ ਜਾਣ ਤੇ ਫਿਰ ਉਹ ਬਜ਼ੁਰਗਾਂ ਤੱਕ ਪਹੁੰਚ ਜਾਂਦਾ ਹੈ, ਪਿਤਰਾਂ ਤਾਈਂ। ਯਾਨੀ ਕਿ ਪਿਤਰਾਂ ਨੂੰ ਕਿੱਡੀ ਵਡਿਆਈ ਦਿੱਤੀ ਵੀ ਕਾਂ ਖਾਣ ਤੇ ਪਿਤਰਾਂ ਤੱਕ ਪਹੁੰਚਦਾ। ਗਰੀਬ ਨਵਾਜ ਸਾਹਿਬ ਜੀ ਮਹਾਰਾਜ ਜੀ ਫਰਮਾਨ ਕਰਦੇ ਨੇ ਵੀ ਜੇ ਜੀਵਦਿਆਂ ਤੁਸੀਂ ਆਪਣਿਆਂ ਬਜ਼ੁਰਗਾਂ ਦੀ ਸੇਵਾ ਨਹੀਂ ਕੀਤੀ, ਜੀਵਤ ਪਿਤਰ ਨਾ ਮਾਨੈ ਕੋ ਮੂਏ ਸਰਾਧ ਕਰਾਈ, ਤਾਂ ਫਿਰ ਮਰਿਆਂ ਪਿੱਛੇ ਉਹਨਾਂ ਦੇ ਭਾਵੇਂ ਤੁਸੀਂ ਪਿਆਓ ਲਾ ਦਿਓ, ਜੀਵ ਦਾ ਪਾਣੀ ਤੋਂ ਬਿਨਾਂ ਤਰਸ ਤਰਸ ਕੇ ਮਰ ਜੇ, ਕੀ ਫਾਇਦਾ? ਬਜ਼ੁਰਗਾਂ ਦਾ ਅਦਬ ਰੱਖਣਾ ਚਾਹੀਏ, ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਏ। ਸਮਾਂ ਬੜਾ ਤੇਜ਼ੀ ਨਾਲ ਦੌੜਦਾ ਜਾਂਦਾ ਹੈ। ਅੱਜ ਇਸ ਤੇਜ਼ੀ ਦੇ ਸਮੇਂ ਵਿੱਚ ਹਰ ਇੱਕ ਮਨੁੱਖ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਜਾਣਾ ਚਾਹੁੰਦਾ। ਸਭ ਨੂੰ ਪਛਾੜਦਾ ਆਪਣੇ ਮਾਂ-ਬਾਪ ਨੂੰ ਵੀ ਪਛਾੜਨ ਲੱਗ ਪਿਆ ਵੀ ਬਾਪੂ ਚੱਲ ਖੁੰਝੇ ਹੋ ਕੇ ਬੈਠਾ ਰਹਿ। ਇੱਕ ਬਜ਼ੁਰਗ ਦੀ ਜ਼ਿੰਦਗੀ ਦਾ ਤਜਰਬਾ ਤੇ ਨੌਜਵਾਨਾਂ ਦਾ ਉਤਸ਼ਾਹ, ਜੇ ਕਿਤੇ ਦੋਵੇਂ ਰਲ ਜਾਣ ਤਾਂ ਸਮਾਜ ਤਰੱਕੀ ਦੀ ਰਾਹ ਤੇ ਟੁਰ ਪੈਂਦਾ। ਬਜ਼ੁਰਗ ਕੋਲ ਉਤਸ਼ਾਹ ਨਹੀਂ ਹੈ, ਉਹਦੇ ਸਰੀਰ ਵਿੱਚ ਤਾਣ ਨਹੀਂ ਹੈ, ਜਵਾਨੀ ਨਹੀਂ ਹੈ, ਜਵਾਨ ਦੇ ਕੋਲ ਤਜਰਬਾ ਨਹੀਂ ਹੈ। ਬਜ਼ੁਰਗਾਂ ਦਾ ਤਜਰਬਾ ਤੇ ਨੌਜਵਾਨਾਂ ਦਾ ਉਤਸ਼ਾਹ ਦੋਵੇਂ ਮਿਲ ਜਾਣ ਤੇ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਹੈ। ਪੁਰਾਣੇ ਸਮਿਆਂ ਦੀ ਇੱਕ ਬਜ਼ੁਰਗਾਂ ਦੇ ਸਤਿਕਾਰ ਵਜੋਂ ਕਹਾਣੀ ਸੁਣਾਈ ਜਾਂਦੀ ਹੈ। ਕਹਿੰਦੇ ਇੱਕ ਵਾਰ ਕਿਸੇ ਲੜਕੀ ਵਾਲੇ ਨੇ ਸ਼ਰਤ ਰੱਖੀ, ਬਰਾਤ ਆਉਣੀ ਹੈ। ਉਹ ਕਹਿੰਦੇ ਮੇਰੀ ਸ਼ਰਤ ਹੈ ਵੀ ਤੁਹਾਡੀ ਬਰਾਤ ਵਿੱਚ ਕੋਈ ਬਜ਼ੁਰਗ ਨਹੀਂ ਆਉਣਾ ਚਾਹੀਦਾ। ਜੇ ਕੋਈ ਬਜ਼ੁਰਗ ਆਇਆ ਤੇ ਮੈਂ ਬਰਾਤ ਬਰੰਗ ਮੋੜ ਦੇਣੀ ਹੈ, ਇਹ ਮੇਰੀ ਸ਼ਰਤ ਹੈ। ਨੌਜਵਾਨ ਸੀ, ਕਹਿੰਦੇ ਕੀ ਲੈਣਾ, ਬੁੜਿਆਂ ਨੂੰ ਨਾਲ ਲਿਜਾ ਕੇ ਛੱਡੋ ਇਹਨਾਂ ਨੂੰ ਇੱਥੇ, ਇਹਨਾਂ ਨੇ ਕੀ ਕਰਨਾ ਉੱਥੇ, ਇਹ ਤਾਂ ਸ਼ਰਤ ਹੋਵੇ ਨਾ ਹੋਵੇ ਤਾਂ ਵੀ ਛੱਡੋ, ਇਹਨਾਂ ਨੇ ਸਾਨੂੰ ਟੋਕਾ ਵੱਢੀ ਕਰਨੀ ਹੈ, ਨਾਲ ਲਿਜਾਵਾਂਗੇ ਤਾਂ ਸਾਨੂੰ ਹੀ ਟੋਕਣਾ ਇਹਨਾਂ ਨੇ, ਛੱਡੋ ਘਰ। ਇਹ ਤਾਂ ਬਹਾਨਾ ਹੀ ਬੜਾ ਵਧੀਆ ਬਣ ਗਿਆ। ਮੁੰਡੂ ਜੇ ਇਕੱਠੇ ਹੋ ਕੇ ਬਰਾਤ ਲੈ ਕੇ ਜਾਣ ਲੱਗੇ, ਲਾੜੇ ਦਾ ਜਿਹੜਾ ਨਾਨਾ ਸੀ ਉਹਨੇ ਜਿੱਦ ਕਰ ਲਈ, ਕਹਿੰਦਾ ਪੁੱਤਰਾ ਮੈਂ ਤਾਂ ਬੜਾ ਚਾਅ ਬਣਾਇਆ ਸੀ ਵੀ ਦੋਤਰੇ ਦਾ ਵਿਆਹ ਵੇਖਣਾ, ਕਿ ਮੈਂ ਤਾਂ ਜਾਣਾ ਹੀ ਜਾਣਾ। ਉਹ ਕਹਿੰਦੇ ਵੀ ਤੈਨੂੰ ਲਿਜਾ ਕੇ ਬਰਾਤ ਬਰੰਗ ਥੋੜੀ ਮੜਾਣੀ ਹੈ। ਉਹ ਕਹਿੰਦਾ ਨਹੀਂ ਮੈਂ ਤਾਂ ਚੱਲਣਾ ਹੀ ਚੱਲਣਾ। ਉਹ ਇੱਦਾਂ ਲੈ ਚੱਲੋ ਵੀ ਕੋਈ ਵੇਖੇ ਹੀ ਨਾ ਮੈਨੂੰ। ਜਿੱਥੇ ਗੱਡਿਆਂ ਵਿੱਚ ਸਮਾਨ ਲੱਦ ਕੇ ਰੱਖਿਆ ਉਹਦੇ ਵਿੱਚ ਉਹਨੂੰ ਲੁਕਾ ਕੇ ਬਿਠਾ ਲਿਆ ਨਾਨੇ ਨੂੰ। ਬਰਾਤ ਲੈ ਕੇ ਪਹੁੰਚੇ, ਹਾਲੇ ਟੁਕਾਓ ਕਰਨਾ ਸੀ। ਲੜਕੀ ਦੇ ਪਿਤਾ ਨੇ ਦੂਜੀ ਸ਼ਰਤ ਰੱਖ ਦਿੱਤੀ ਵੀ ਸਾਡੇ ਪਿੰਡ ਦੇ ਨਾਲ ਇਹ ਨਹਿਰ ਵਗਦੀ ਹੈ ਜਿਹੜੀ ਤੁਸੀਂ ਪਾਰ ਕਰਕੇ ਆਏ ਹੋ ਬੇੜੇ ਪਾ ਕੇ, ਵੀ ਮੈਂ ਵਿਆਹ ਤਾਂ ਕਰਾਂਗਾ ਆਪਣੀ ਲੜਕੀ ਦਾ ਜੇ ਤੁਸੀਂ ਇਹਦੇ ਵਿੱਚ ਸ਼ੁੱਧ ਦੁੱਧ ਬਹਾਓਗੇ। ਸ਼ੁੱਧ ਦੁੱਧ, ਇਹ ਨਦੀ ਦੁੱਧ ਦੀ ਬਹਾਓਗੇ। ਹੁਣ ਨਦੀ ਦੁੱਧ ਦੀ ਕਿਵੇਂ ਵਗ ਸਕਦੀ ਸੀ? ਬੜਾ ਔਖਾ ਕੰਮ। ਨੌਜਵਾਨ ਸਾਰੇ ਬੜੇ ਨਮੋਸ਼, ਕਹਿੰਦੇ ਚਲੋ ਹੁਣ ਵਾਪਸ ਲੈ ਚੱਲੀਏ ਬਰਾਤ। ਤੇ ਜਿਹੜਾ ਉਹਨਾਂ ਦਾ ਬਜ਼ੁਰਗ ਨਾਨਾ ਸੀ, ਕਹਿੰਦੇ ਚਲੋ ਹੁਣ ਉਹਨੂੰ ਬਾਪੂ ਨੂੰ ਵੀ ਬਾਹਰ ਕੱਢ ਲਓ ਵੀ ਹੁਣ ਕਿਹੜਾ, ਹੁਣ ਤਾਂ ਵਾਪਸ ਚੱਲੇ ਹੀ ਆ। ਹੁਣ ਉਹਨਾਂ ਨੂੰ ਲੱਗ ਜੇ ਪਤਾ ਲੱਗਦਾ ਵੀ ਅਸੀਂ ਬਜ਼ੁਰਗ ਲਿਆਂਦਾ, ਨਾਲ ਉਹਨੂੰ ਬਾਹਰ ਕੱਢਿਆ। ਕਹਿੰਦੇ ਚੱਲ ਨਾਨਾ ਚੱਲੀਏ ਵਾਪਸ। ਉਹ ਕਹਿੰਦਾ ਵੀ ਗੱਲ ਕੀ ਹੈ? ਕਹਿੰਦੇ ਆਹ ਗੱਲ ਹੈ। ਉਹ ਕਹਿੰਦਾ ਸ਼ੁੱਧ ਦੁੱਧ ਦੀ ਨਦੀ ਵਹਾਓ। ਉਹ ਕਹਿੰਦਾ ਇਹ ਕਿਹੜਾ ਔਖੀ ਗੱਲ ਹੈ? ਬਜ਼ੁਰਗ ਕਹਿੰਦਾ ਤੁਸੀਂ ਇੱਦਾਂ ਕਰੋ, ਸੁਨੇਹਾ ਭੇਜੋ ਉੱਧਰ ਵੀ ਅਸੀਂ ਦੁੱਧ ਦਾ ਪ੍ਰਬੰਧ ਕਰ ਲਿਆ, ਅਸੀਂ ਦੁੱਧ ਵਹਾਵਾਂਗੇ, ਨਦੀ ਦੁੱਧ ਦੀ ਵਗੇਗੀ। ਵੀ ਪਹਿਲਾਂ ਉਹਨੂੰ ਕਹੋ ਵੀ ਸਾਡੀ ਵੀ ਸ਼ਰਤ ਹੈ ਇੱਕ, ਕਿ ਤੇਰੀਆਂ ਦੋ ਮੰਨ ਲਈਆਂ ਨੇ, ਸਾਡੀ ਤਾਂ ਇੱਕ ਮੰਨ। ਹੁਣ ਅਸੀਂ ਵੀ ਲੜਕੇ ਵਾਲੇ ਹਾਂ, ਵੀ ਸਾਡੀ ਵੀ ਇੱਕ ਸ਼ਰਤ ਆ, ਦੁੱਧ ਅਸੀਂ ਪੂਰਾ ਤਿਆਰ ਕਰ ਲਿਆ, ਵਹਾ ਦਿਆਂਗੇ ਸ਼ੁੱਧ ਦੁੱਧ,
ਪਰ ਪਹਿਲਾਂ ਨਦੀ ਦਾ ਪਾਣੀ ਖਾਲੀ ਕਰੇ ਸਾਰਾ। ਜਦੋਂ ਸਾਰੀ ਨਦੀ ਖਾਲੀ ਕਰ ਦੇਗਾ, ਪਾਣੀ ਪੂਰੀ ਖਾਲੀ ਹੋ ਜਾਏਗੀ, ਫਿਰ ਅਸੀਂ ਦੁੱਧ ਛੱਡ ਦਿਆਂਗੇ ਵਿੱਚ। ਜਦੋਂ ਇਹ ਗੱਲ ਉਧਰ ਪਹੁੰਚੀ, ਉਹ ਕਹਿੰਦਾ ਜ਼ਰੂਰ ਇਹਨਾਂ ਨਾਲ ਕੋਈ ਨਾ ਕੋਈ ਬੁੜਾ ਆਇਆ ਹੋਣਾ। ਵੀ ਇਹ ਗੱਲ ਨੌਜਵਾਨਾਂ ਦੇ ਦਿਮਾਗ 'ਚ ਨਹੀਂ ਸੀ ਆਉਣੀ। ਇਹ ਕਹਾਵਤਾਂ ਇਦਾਂ ਦੀਆਂ ਬਹੁਤ ਸਾਰੀਆਂ ਸਾਡੇ ਸਮਾਜ ਵਿੱਚ, ਇਹ ਦੰਦ ਕਥਾਵਾਂ ਕਹਿੰਦੇ ਆ ਇਹਨਾਂ ਨੂੰ, ਇਹ ਚੱਲਦੀਆਂ। ਬਜ਼ੁਰਗਾਂ ਦਾ ਤਜਰਬਾ ਤੇ ਨੌਜਵਾਨਾਂ ਦਾ ਉਤਸ਼ਾਹ ਇਹ ਸਮਾਜ ਨੂੰ ਤਾਰਦਾ ਹੈ। ਅੱਜ ਤੇਜ਼ੀ ਦੇ ਯੁੱਗ ਵਿੱਚ ਬੰਦਾ ਬਜ਼ੁਰਗਾਂ ਨੂੰ, ਆਪਣਿਆਂ ਵੱਡਿਆਂ ਨੂੰ ਪਛਾੜਨ ਦਾ ਯਤਨ ਕਰਦਾ ਜੋ ਯੋਗ ਨਹੀਂ ਹੈ। ਉਹਨਾਂ ਦਾ ਅਦਬ ਰੱਖਣਾ ਚਾਹੀਏ, ਸਤਿਕਾਰ ਰੱਖਣਾ ਚਾਹੀਏ, ਤੇ ਬਜ਼ੁਰਗਾਂ ਨੂੰ ਵੀ ਇਹ ਖਿਆਲ ਰੱਖਣਾ ਚਾਹੀਏ ਕਿ ਮੈਂ ਬਾਰ-ਬਾਰ ਟੋਕਣ ਦੀ ਬਜਾਏ ਕਿਸੇ ਸਹੀ ਢੰਗ ਨਾਲ, ਸਹੀ ਦਿਸ਼ਾ ਦੇ ਵਿੱਚ ਇਹਦਾ ਯਤਨ ਕਰਾਂ, ਵੀ ਇਹ ਉਹਨੂੰ ਵੀ ਸਿਆਣਪ ਦੇ ਨਾਲ, ਆਪਣੇ ਤਜਰਬੇ ਦੇ ਨਾਲ ਚੱਲਣਾ ਚਾਹੀਏ। ਦੋਵੇਂ ਪਾਸੇ ਇਦਾਂ ਦਾ ਪ੍ਰਭਾਵ ਹੋਵੇਗਾ ਤਾਂ ਸਮਾਜ ਉਸਾਰੂ ਹੋਵੇਗਾ। ਹੁਣ ਜੀਵਦਿਆਂ ਦਾ ਸਤਿਕਾਰ ਨਹੀਂ ਕੀਤਾ ਤੇ ਮਰਿਆਂ ਦੇ ਸਰਾਧ ਕਰਾਓ ਕਿਹੜੇ ਕੰਮ ਦੇ? ਗੁਰਬਾਣੀ ਇਹਦਾ ਖੰਡਨ ਕਰਦੀ ਹੈ। ਇਹ ਕਹਿੰਦਾ ਜੀ ਸਰਾਧ ਕੀਤਾ, ਮਹਾਰਾਜ ਜੀ ਕਹਿੰਦੇ ਵੀ ਜਿਹਦੇ ਵਾਸਤੇ ਕੀਤਾ ਉਹਨੂੰ ਮਿਲ ਗਿਆ ਹੋਣਾ ਕਿ ਨਹੀਂ, ਉਹਦੇ ਕੋਲ ਪਹੁੰਚਿਆ ਹੋਵੇਗਾ ਕਿ ਨਹੀਂ। ਏਦਾਂ ਸਤਿਗੁਰੂ ਜੀ ਨੇ ਪੁੱਛਿਆ। ਦੁਨੀ ਚੰਦ ਕਹਿ ਲਖੋ ਨ ਕੋ। ਦੁਨੀ ਚੰਦ ਅੱਗੋਂ ਬੋਲਿਆ, ਕਹਿੰਦਾ ਮਹਾਰਾਜ ਇਹ ਤਾਂ ਨਹੀਂ ਮੈਂ ਜਾਣਦਾ, ਇਹ ਤਾਂ ਮੇਰੇ ਗਿਆਨ ਵਿੱਚ ਨਹੀਂ ਹੈ। ਪਹੁੰਚਿਓ ਰਹਿਓ ਕਿ ਭੁੱਖਾ ਸੋ। ਉਹਦੇ ਕੋਲ ਪਹੁੰਚਿਆ ਕਿ ਭੁੱਖਾ ਹੈ ਮਹਾਰਾਜ, ਇਹਦੇ ਬਾਰੇ ਮੈਨੂੰ ਨਹੀਂ ਪਤਾ। ਇਸ ਬਿਦ ਕੀ ਸੁਧਰਾਵਰ ਜਾਨੋ। ਮਹਾਰਾਜ ਇਹਦੀ ਖਬਰ ਤਾਂ ਤੁਹਾਨੂੰ ਪਤਾ ਹੋਵੇ, ਤੁਸੀਂ ਗੁਰਦੇਵ ਹੋ, ਤੁਸੀਂ ਮਹਾਤਮਾ ਹੋ, ਮਹਾਪੁਰਸ਼ ਹੋ। ਮਹਾਰਾਜ ਜੀ ਇਹਦੀ ਖਬਰ ਤਾਂ ਤੁਹਾਨੂੰ ਪਤਾ ਹੋਵੇ। ਜੰਤ ਅਲਪ ਮਤ ਮੈਂ ਨਾ ਪਛਾਨੋ। ਅਸੀਂ ਤਾਂ ਅਲਪ ਮਤ ਵਾਲੇ ਤੁੱਛ ਜੇ ਜਨਤਾ ਜੀਵ ਆ ਮਹਾਰਾਜ, ਸਾਨੂੰ ਨਹੀਂ ਇਹਦੇ ਬਾਰੇ ਪਤਾ। ਗੁਰ ਕਹਿ ਤਵ ਪਿਤ ਛੁਦਾ ਅਧੀਨਾ। ਮਹਾਰਾਜ ਜੀ ਕਹਿੰਦੇ ਦੁਨੀ ਚੰਦ ਜੇ ਤੂੰ ਫਿਰ ਸਾਨੂੰ ਪੁੱਛਦਾ ਤੇ ਸੁਣ, ਤੇਰਾ ਪਿਤਾ ਭੁੱਖਾ ਹੈ, ਉਹਨੂੰ ਨਹੀਂ ਮਿਲਿਆ ਖਾਣ ਨੂੰ। ਇਹਦਾ ਬਾਹਮਣ ਢਿੱਡ ਤੇ ਹੱਥ ਮਾਰ ਕੇ ਚਲੇ ਗਏ, ਚੰਗੀ ਤਰ੍ਹਾਂ ਠੂਸ ਕੇ, ਡੇਢ ਸੇਰ ਖੀਰ ਖਾ ਕੇ, ਤੇਰੇ ਪਿਤਾ ਤਾਂ ਹੀ ਨਹੀਂ ਪਹੁੰਚੀ, ਉਹ ਤਾਂ ਭੁੱਖਾ ਬੈਠਾ ਹੈ। ਭੁੱਖੇ ਬਾਸੁਰ ਬੀਤੇ ਤੀਨਾ। ਤੇ ਇੱਕ ਦਿਨ ਦਾ ਨਹੀਂ, 3 ਦਿਨ ਹੋ ਗਏ ਉਹਨੂੰ ਭੁੱਖੇ ਬੈਠਿਆ ਹੋਇਆ। 3 ਦਿਨ ਉਹਨੂੰ ਭੁੱਖਿਆਂ ਬੀਤ ਗਏ ਹਨ। ਬੈਠਿਓ ਅਬਹਿ ਛੁਦਾ ਤੁਰ ਸੋ। ਉਹ ਛੁਦਾ ਤੁਰਾ ਹੁਣ ਵੀ ਭੁੱਖਾ ਹੀ ਬੈਠਾ ਹੈ। ਤਾਹੇ ਨਾ ਪਹੁੰਚਿਓ ਭੋਜਨ ਕੋ। ਉਹਦੇ ਕੋਲ ਕੋਈ ਭੋਜਨ ਨਹੀਂ ਪਹੁੰਚਿਆ, ਕੋਈ ਆਹਾਰ ਨਹੀਂ ਉਹਨੂੰ ਮਿਲਿਆ। ਇਸ ਪ੍ਰਕਾਰ ਕੇ ਬਚਨ ਸੁਨੇ ਜਬ। ਜਦੋਂ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਦੁਨੀ ਚੰਦ ਨੇ ਸੁਣੇ, ਨਿਮਰ ਪਇਓ ਬੂਜਤ ਪਾ ਪੁਨ ਤਬ। ਵਹ ਨਿਮਰ ਹੋ ਕੇ ਹੱਥ ਜੋੜ ਕੇ ਪੁੱਛਣ ਲੱਗਾ, ਕਿਹੇ ਸਥਾਨ ਮੈਂ ਭੂਖਾ ਬੈਸਾ। ਮਹਾਰਾਜ ਜੀ ਕਿੱਥੇ ਬੈਠਾ ਭੁੱਖਾ ਮੇਰਾ ਪਿਤਾ, ਕਿਹੜੀ ਜਗ੍ਹਾ ਤੇ ਹੈ? ਕਹੋ ਕਿਰਪਾ ਕਰ ਤਿਹ ਤਨ ਕੈਸਾ। ਮਹਾਰਾਜ ਕਿਰਪਾ ਕਰਕੇ ਦੱਸੋ ਉਹਦਾ ਸਰੀਰ ਕੈਸਾ ਹੈ, ਕਿਹੜੀ ਜਗ੍ਹਾ ਤੇ ਉਹ ਬੈਠਾ ਹੈ? ਹੇਤ ਬਤਾਵਨ ਬੈਨ ਅਲਾਏ। ਦੱਸਣ ਵਾਸਤੇ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ। ਤਵ ਪਿਤ ਬ੍ਰਿਕ ਦੇਹੀ ਕੋ ਪਾਏ। ਮਹਾਰਾਜ ਜੀ ਕਹਿੰਦੇ ਦੁਨੀ ਚੰਦ ਤੇਰਾ ਪਿਤਾ ਬਗਿਆੜ ਦੀ ਜੂਨੀ ਚ ਹੈ, ਉਹ ਬਗਿਆੜ ਦੀ ਜੂਨੇ ਪਿਆ ਹੋਇਆ। ਪੰਜ ਕੋਸ ਪਰ ਚਾਰਨ ਮਾਹੀ। ਇੱਥੋਂ 5 ਕੋਹ ਦੀ ਵਾਟ ਤੇ ਜਗ੍ਹਾ ਦੱਸ ਦਿੱਤੀ, ਮਹਾਰਾਜ ਜੀ ਨੇ ਟਿਕਾਣਾ ਦੱਸ ਦਿੱਤਾ ਵੀ ਉੱਥੇ ਝਾੜ ਨੇ, ਉਹਨਾਂ ਝਾੜਾਂ ਵਿੱਚ ਬੈਠਾ ਹੋਇਆ। ਭੂਖੋ ਬੈਠ ਰਹਿਓ ਸੋ ਤਾਹੀ। 3 ਦਿਨ ਹੋ ਗਏ ਨੇ ਉਹਨੂੰ ਕੁਝ ਖਾਣ ਨੂੰ ਨਹੀਂ ਮਿਲਿਆ, ਉਹ ਭੁੱਖਾ ਹੀ ਬੈਠਾ ਹੋਇਆ। ਲੈ ਆਹਾਰ ਤੁਮ ਤੇ ਠਾਂ ਜਾਵਹੋ। ਤੇ ਤੂੰ ਇਹ ਭੋਜਨ ਉੱਥੇ ਲੈ ਕੇ ਜਾ ਉਹਦੇ ਕੋਲ। ਦੇਖ ਸਰੂਪ ਨ ਮਨ ਮੈਂ ਡਰ ਪਾਵਹੋ। ਤੇ ਉਹ ਬਗਿਆੜ ਦਾ ਸਰੂਪ ਹੈ ਉਹਦਾ, ਤੇ ਵੇਖ ਕੇ ਡਰੀ ਨਾ ਤੂੰ, ਮਨ ਚ ਭੈ ਨਾ ਕਰੀ। ਤੇਰੇ ਦਰਸ਼ਨ ਕੋ ਜਬ ਹੇਰੇ। ਉਹ ਜਦੋਂ ਤੇਰੇ ਦਰਸ਼ਨ ਕਰੇਗਾ ਨਾ, ਜਦੋਂ ਤੈਨੂੰ ਵੇਖੇਗਾ, ਮਾਨੁਖ ਦੇਹ ਧਰੈ ਤਿਸ ਬੇਰੇ। ਉਸੇ ਵੇਲੇ ਉਹ ਮਨੁੱਖੀ ਸਰੂਪ ਚ ਆ ਜਾਏਗਾ। ਤੈਨੂੰ ਵੇਖਦਿਆਂ ਉਹਦੀ ਜਿਹੜੀ ਮਨੁੱਖੀ ਸੂਖਮ ਰੂਹ ਹੈ
ਉਹ ਤੇਰੇ ਸਾਹਮਣੇ ਆ ਜਾਏਗੀ। ਤੁਨੀ ਚੰਦ ਅਚਰਜ ਉਰ ਧਰ ਕੈ ਦੋਨੀ ਚੰਦ ਬੜਾ ਹੈਰਾਨ ਹੋਇਆ, ਬੜਾ ਅਚਰਜ ਹੋਇਆ। ਚਲਿਓ ਪਾਤਰ ਪਾਇਸ ਕੋ ਭਰ ਕੈ ਇਹਨੇ ਇੱਕ ਭਾਂਡੇ 'ਚ ਖੀਰ ਭਰ ਲਈ ਤੇ ਖੀਰ ਭਰ ਕੇ ਭਾਂਡੇ 'ਚ ਲੈ ਕੇ ਟੁਰ ਪਿਆ। ਜਹਾਂ ਬਤਾਇਓ ਕਿਰਪਾ ਨਿਧਾਨਾ ਕਿਰਪਾ ਨਿਧਾਨ ਸਤਿਗੁਰੂ ਜੀ ਨੇ ਜਿਹੜੀ ਜਗ੍ਹਾ ਜਿਹੜਾ ਟਿਕਾਣਾ ਦੱਸਿਆ ਸੀ, ਦੇਖਿਓ ਤਹਾਂ ਜਾਏ ਸੋ ਥਾਨਾ ਉਹੀ ਜਗ੍ਹਾ ਜਾ ਕੇ ਦੋਨੀ ਚੰਦ ਨੇ ਵੇਖੀ। ਬ੍ਰਿਕ ਬਿਲੋਕ ਝਾਰ ਮਹਿ ਜਬ ਹੀ ਵੇਖਿਆ ਝਾੜ ਦੇ ਵਿੱਚ ਇੱਕ ਬਗਿਆੜ ਬੈਠਾ ਹੋਇਆ ਹੈ। ਕਰੀ ਦੂਰ ਤੇ ਬੰਧਨ ਤਬ ਹੀ ਇਹਨੇ ਦੂਰੋਂ ਪਹਿਲਾਂ ਹੱਥ ਜੋੜੇ। ਤੁਨੀ ਚੰਦ ਕੋ ਤਿਨ ਜੋ ਨਿਹਾਰਾ ਉਸ ਬਗਿਆੜ ਨੇ ਜਦੋਂ ਦੋਨੀ ਚੰਦ ਨੂੰ ਵੇਖਿਆ, ਤਤ ਛਿਨ ਮਾਨੁਖ ਤਨ ਕੋ ਧਾਰਾ ਤਤ ਛਿਨ ਬਗਿਆੜ ਦਾ ਸਵਰੂਪ ਛੱਡ ਕੇ ਉਹ ਮਨੁੱਖੀ ਸਰੀਰ ਵਿੱਚ ਆ ਗਿਆ। ਮਾਨਵੀ ਸਰੀਰ ਜੋ ਇਹਦੇ ਪਿਤਾ ਦਾ ਸੂਖਮ ਸਰੀਰ ਸੀ, ਉਸ ਸਰੂਪ ਦੇ ਵਿੱਚ ਉਹ ਸੂਖਮ ਸਰੀਰ ਜਿਹੜਾ ਹੁੰਦਾ 17 ਤੱਤਾਂ ਦਾ ਹੁੰਦਾ ਖਾਲਸਾ ਜੀ, ਉਹ ਉਹੀ ਰਹਿੰਦਾ। ਬਾਹਰਲੇ ਸਰੀਰ ਬਦਲਦੇ ਰਹਿੰਦੇ ਆ, ਜਿਹਨੂੰ ਆਪਾਂ ਪੰਜ ਭੌਤਿਕ ਸਰੀਰ ਕਹਿੰਦੇ ਆ ਨਾ, ਇਹ ਸਥੂਲ, ਇਹ ਬਦਲਦਾ ਰਹਿੰਦਾ। ਜਿਹੜਾ ਸੂਖਮ ਸਰੀਰ ਹੈ 17 ਤੱਤਾਂ ਦਾ ਬਣਿਆ ਹੋਇਆ, ਇਹ ਉਹੀ ਰਹਿੰਦਾ। ਤੋ ਉਸੇ ਵਕਤ ਉਹ ਪਹਿਲੇ ਸਵਰੂਪ ਵਿੱਚ ਮਨੁੱਖੀ ਸਵਰੂਪ ਵਿੱਚ ਆ ਗਿਆ। ਧਰ ਕਰ ਪਾਇਸ ਪਾਤਰ ਅਗਾਰੀ ਇਹਨੇ ਉਹ ਖੀਰ ਵਾਲਾ ਭਾਂਡਾ ਜਿਹੜਾ ਸੀ ਉਹ ਅੱਗੇ ਰੱਖ ਦਿੱਤਾ। ਹਿਤ ਬੂਜਨ ਕੇ ਗਿਰਾ ਉਚਾਰੀ ਫਿਰ ਉਹਨੂੰ ਪੁੱਛਣ ਲੱਗਾ, ਕਹਿਣ ਲੱਗਾ, ਤੁਮ ਧਰਮਾਤਮ ਥੇ ਸਭ ਭਾਂਤੀ ਕਿਉਂਕਿ ਇਹਦੇ ਪਿਤਾ ਦੇ ਸਰੂਪ ਚ ਇਹਨੂੰ ਦਿਸ ਰਿਹਾ ਸੀ। ਕਹਿਣ ਲੱਗਾ, ਪਿਤਾ ਜੀ ਤੁਸੀਂ ਤਾਂ ਬੜੇ ਧਰਮਾਤਮਾ ਸੀ, ਸਾਰੀ ਜ਼ਿੰਦਗੀ ਬੜੇ ਧਰਮ ਕਰਮ ਦੇ ਕੰਮ ਕੀਤੇ ਸੀ, ਸਾਰਾ ਜੀਵਨ ਤੁਸੀਂ ਧਰਮੀ ਬਣ ਕੇ ਬਤੀਤ ਕੀਤਾ ਸੀ। ਸ਼ੁਭ ਕਾਰਜ ਮਹਿ ਮਤ ਦਿਨ ਰਾਤੀ ਸ਼ੁਭ ਕੰਮਾਂ ਵਿੱਚ ਤੁਹਾਡੀ ਮਤ ਦਿਨ ਰਾਤ ਲੱਗੀ ਰਹਿੰਦੀ ਸੀ, ਸ਼ੁਭ ਕਰਮਾਂ ਵਿੱਚ ਤੁਸੀਂ ਪ੍ਰਵਿਰਤ ਸੀ। ਕਿਉਂ ਕਰ ਦੇਹ ਬ੍ਰਿਕ ਕੀ ਪਾਈ ਬੜੀ ਹੈਰਾਨੀ ਹੋਈ ਹੈ ਮੈਨੂੰ ਇਹ ਜਾਣ ਕੇ ਕਿ ਤੁਹਾਨੂੰ ਇਹ ਬਗਿਆੜ ਦੀ ਜੂਨ ਕਿਵੇਂ ਮਿਲ ਗਈ। ਤੁਸੀਂ ਤਾਂ ਕੋਈ ਏਦਾਂ ਦਾ ਮਾੜਾ ਕਰਮ ਕੀਤਾ ਨਹੀਂ ਸੀ ਕਦੇ, ਕੰਮ ਬੜੇ ਚੰਗੇ ਕੀਤੇ ਸੀ, ਭਲੇ ਕਰਮ ਕੀਤੇ ਸੀ। ਇਹ ਜੂਨ ਤੁਹਾਨੂੰ ਬਗਿਆੜ ਦੀ ਕਿਵੇਂ ਮਿਲ ਗਈ? ਮੁਝ ਪ੍ਰਸੰਗ ਇਹ ਤੁਮਹਿ ਸੁਨਾਈ ਪਹਿਲਾਂ ਮੈਨੂੰ ਇਹਦੇ ਬਾਰੇ ਦੱਸੋ, ਇਹਦਾ ਕੀ ਕਾਰਨ ਹੋਇਆ? ਅਬ ਬ੍ਰਿਕ ਦੇਹ ਤਜੀ ਹੈ ਜੈਸੇ ਫਿਰ ਹੁਣ ਮੈਨੂੰ ਵੇਖਦਿਆਂ ਤੁਸੀਂ ਇਹ ਬਗਿਆੜ ਦੀ ਜੂਨ ਤਿਆਗ ਦਿੱਤੀ ਹੈ। ਮਾਨੁਖ ਤਨ ਪਾਇਓ ਕਹੋ ਕੈਸੇ ਇਹ ਮਨੁੱਖੀ ਸਰੀਰ ਤੁਹਾਡਾ ਇੱਕਦਮ ਕਿਵੇਂ ਹੋ ਗਿਆ ਬਗਿਆੜ ਦਾ ਸਵਰੂਪ ਛੱਡ ਕੇ? ਬੋਲਿਓ ਤਬ ਸੋ ਸੁਨਹੁ ਬ੍ਰਿਤੰਤਾ ਉਸ ਵਕਤ ਫਿਰ ਉਹ ਬੋਲਿਆ, ਕਹਿਣ ਲੱਗਾ, ਜਿਉ ਬੀਤੀ ਮਮ ਪਾਛਲ ਬਾਤਾ ਕਹਿਣ ਲੱਗਾ, ਦੋਨੀ ਚੰਦ ਸੁਣ, ਜੋ ਮੇਰੇ ਨਾਲ ਪਿਛਲੀ ਬਾਤ ਬੀਤੀ ਹੈ, ਮੈਨੂੰ ਇਹ ਬਗਿਆੜ ਦੀ ਜੂਨ ਮਿਲੀ ਹੈ, ਉਹ ਮੈਂ ਤੈਨੂੰ ਦੱਸਦਾ ਹਾਂ। ਦੋਹਰਾ ਮ੍ਰਿਤ ਸਮਾ ਜਬ ਮੁਝ ਭਇਓ ਤਬ ਇਕ ਨਰ ਤੇ ਥਾਨ ਜਦੋਂ ਮੇਰਾ ਮਿਰਤੂ ਦਾ ਸਮਾਂ ਹੋਇਆ ਸੀ, ਮੇਰੇ ਅੰਤਲੇ ਸਾਹ ਸਨ, ਮੰਜੇ ਤੇ ਪਿਆ ਮੈਂ ਅੰਤਲੇ ਸਾਹ ਲੈ ਰਿਹਾ ਸੀ, ਤਾਂ ਉਸ ਵਕਤ ਮੇਰੇ ਨੇੜੇ ਕਿਸੇ ਮਨੁੱਖ ਨੇ ਮੀਨ ਮਾਸਰੀ ਧਤਹੁ ਤੋ ਤੇ ਧੁਨ ਸੁਨ ਕਰ ਕਾਨ ਉਹ ਮੱਛੀ ਤੜਕਣ ਲੱਗ ਪਿਆ, ਮੱਛੀ ਦਾ ਮਾਸ ਲੈ ਕੇ ਤੇ ਉਹਨੂੰ ਤੜਕਣ ਲੱਗ ਪਿਆ। ਉਹਦੀ ਆਵਾਜ਼ ਸੁਣੀ, ਮੱਛੀ ਦੇ ਤੜਕਣ ਦੀ ਜਿਹੜੀ ਉਹ ਭਾਫ ਹੁੰਦੀ ਆ ਉੱਡ ਕੇ ਮੇਰੀ ਨਾਸਕਾ ਤੱਕ ਆਈ। ਚੌਪਈ ਮਨ ਖਾਵਨ ਕੋ ਮਮ ਲਲਚਾਇਓ ਤੇ ਮਨ ਦਾ ਵੇਖੋ ਸੁਭਾਅ ਮਰਨ ਦੇ ਕੰਢੇ ਪਿਆ ਹੋਇਆ ਸਾਂ, ਤੇ ਮਨ 'ਚ ਇੱਕਦਮ ਮੇਰੇ ਵਾਸ਼ਨਾ ਪੈਦਾ ਹੋਈ ਕਿ ਮੱਛੀ ਮਿਲੇ ਖਾਣ ਨੂੰ। ਮਨ 'ਚ ਇੱਛਾ ਆ ਗਈ ਮਾਸ ਖਾਣ ਦਾ, ਮੱਛੀ ਦੇ ਮਾਸ ਖਾਣ ਦਾ ਜਿਹੜਾ ਫੁਰਨਾ ਸੀ ਉਹ ਉਸ ਵੇਲੇ ਮੇਰੇ ਮਨ ਵਿੱਚ ਆ ਗਿਆ। ਸੋ ਮੇਰੇ ਤਬ ਹਾਥ ਨ ਆਇਓ ਉਸ ਵਕਤ ਉਹ ਮਾਸ ਮੈਨੂੰ ਮਿਲਿਆ ਨਹੀਂ, ਮੇਰੇ ਹੱਥ ਨਹੀਂ ਲੱਗਾ। ਭਇਓ ਮ੍ਰਿਤਕ ਇਹ ਦੇਹੀ ਪਾਈ ਤੇ ਮਨ 'ਚ ਇਸੇ ਫੁਰਨੇ ਦੇ ਨਾਲ ਮੈਂ ਮਰ ਗਿਆ ਕਿ ਮੱਛੀ ਦਾ ਮਾਸ ਖਾਣ ਨੂੰ ਮਿਲ ਜਾਂਦਾ, ਮਿਲਿਆ ਹੈ ਨਾ। ਇਹੀ ਫੁਰਨਾ ਕਰਦਿਆਂ ਮੇਰਾ ਸਰੀਰ ਛੁੱਟ ਗਿਆ, ਇਹੀ ਫੁਰਨਾ ਕਰਦਿਆਂ ਇਹ ਸਰੀਰ ਛੁੱਟ ਗਿਆ। ਜਦੋਂ ਇਹ ਸਰੀਰ ਛੁੱਟਿਆ ਤੇ ਮਾਸ ਖਾਣ ਦਾ ਫੁਰਨਾ ਸੀ,
ਜਿਸ ਕਰਕੇ ਮਾਸ ਖਾਣ ਵਾਲੀ ਜੂਨੀ ਬਗਿਆੜ ਦੀ ਜੂਨੀ ਮਿਲ ਗਈ। ਜਿਹੜਾ ਅੰਤਲਾ ਸਵਾਸ ਨਿਕਲਦਾ ਹੈ ਨਾ, ਉਸ ਨਿਕਲਦੇ ਹੋਏ ਸਵਾਸ ਨਾਲ ਸਾਡੇ ਮਨ 'ਚ ਕਿਹੜਾ ਸੰਕਲਪ ਉੱਠਿਆ, ਕੀ ਫੁਰਨਾ ਹੋਇਆ, ਉਹ ਨਿਰਧਾਰਤ ਕਰੇਗਾ ਤੁਹਾਡੇ ਅਗਲੇ ਜਨਮ ਨੂੰ ਕਿ ਅਗਲਾ ਜਨਮ ਕਿੱਧਰ ਹੋਵੇਗਾ। ਉਹਨੇ ਫੈਸਲਾ ਕਰਨਾ ਅੰਤਲੇ ਸਵਾਸ ਨੇ। ਉਸ ਵਕਤ ਜੈਸਾ ਫੁਰਨਾ ਹੋਵੇਗਾ ਉਸੇ ਪਾਸੇ ਯਾਤਰਾ ਚੱਲ ਪਏਗੀ। ਐਨ ਚੁਰਸਤਾ ਹੈ ਉਹ, ਚੁਰਾਏ ਤੇ ਖੜੇ ਆ, ਜਿੱਧਰ ਮੂੰਹ ਹੋਵੇਗਾ ਉਸੇ ਪਾਸੇ ਟੁਰ ਪਵਾਂਗੇ। ਚਾਰੇ ਪਾਸੇ ਰਸਤੇ ਨੇ। ਕੀ ਫੁਰਨਾ ਹੁੰਦਾ ਉਸ ਵੇਲੇ, ਉਹ ਫੁਰਨਾ ਕਿੱਧਰ ਨੂੰ ਲੈ ਟੁਰੇ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਉਹ ਜਨਮ ਮਰਨ ਦਾ ਚੱਕਰ ਉਸ ਵਾਸ਼ਨਾ ਕਰਕੇ ਹੀ ਹੈ। ਮਾਸ ਖਾਣ ਦਾ ਫੁਰਨਾ ਹੋ ਗਿਆ, ਬਗਿਆੜ ਬਣ ਗਿਆ। ਮਕਾਨ ਦਾ ਫੁਰਨਾ ਬਣ ਜੇ ਤਾਂ ਮਹਾਰਾਜ ਜੀ ਕਹਿੰਦੇ ਪ੍ਰੇਤ ਬਣ ਜਾਂਦਾ ਹੈ। ਇਸਤਰੀ ਦਾ ਫੁਰਨਾ ਬਣ ਜਾਏ ਤੇ ਵੇਸ਼ਵਾ ਹੋ ਜਾਂਦਾ। ਧਨ ਦਾ ਫੁਰਨਾ ਬਣ ਜੇ ਤੇ ਸਰਪ ਜੂਨ 'ਚ ਚਲਾ ਜਾਂਦਾ। ਬੱਚਿਆਂ ਦਾ ਫੁਰਨਾ ਬਣ ਜਾਏ ਤਾਂ ਸੂਕਰ ਦੀ ਜੂਨ ਨੂੰ ਚਲਾ ਜਾਂਦਾ, ਤੇ ਜੇ ਨਰਾਇਣ ਦਾ ਚਿੰਤਨ ਚੱਲ ਪਏ ਤੇ ਫਿਰ ਮੁਕਤ ਹੋ ਜਾਂਦਾ। ਅੰਤਲਾ ਸਵਾਸ ਉਹਨੇ ਫੈਸਲਾ ਕਰਨਾ। ਜਿਹੜਾ ਪਰਮੇਸ਼ਰ ਦਾ ਭਜਨ ਹੈ ਨਾ, ਇਹ ਦੋਵੇਂ ਤਰੀਕਿਆਂ ਨਾਲ ਸਾਡੀ ਰੱਖਿਆ ਕਰਦਾ। ਦੋ ਤਰ੍ਹਾਂ ਦੇ ਪਹਿਰੇਦਾਰ ਹੁੰਦੇ। ਇੱਕ ਜੇਲ੍ਹ 'ਚ ਹੁੰਦੇ ਆ ਪਹਿਰੇਦਾਰ, ਜਿਹੜੇ ਅੰਦਰੋਂ ਕਿਸੇ ਨੂੰ ਬਾਹਰ ਨਹੀਂ ਜਾਣ ਦਿੰਦੇ। ਇੱਕ ਕਿਸੇ ਰਾਜੇ ਦੇ ਦਰਬਾਰ ਦੇ ਬਾਹਰ ਖੜੇ ਹੁੰਦੇ ਆ, ਜਿਹੜੇ ਬਾਹਰੋਂ ਕਿਸੇ ਨੂੰ ਅੰਦਰ ਨਹੀਂ ਆਉਣ ਦਿੰਦੇ। ਪਹਿਰੇਦਾਰ ਦੋਵੇਂ ਹੀ ਨੇ। ਜੇਲ੍ਹ 'ਚ ਖੜਾ ਹੋਇਆ ਪਹਿਰੇਦਾਰ ਜੇਲ੍ਹ ਵਾਲੇ ਨੂੰ, ਕੈਦੀਆਂ ਨੂੰ ਬਾਹਰ ਨਹੀਂ ਜਾਣ ਦਿੰਦਾ। ਔਰ ਕਿਸੇ ਰਾਜ ਦੁਆਰ ਤੇ ਖੜਿਆ ਹੋਇਆ ਕਿਸੇ ਖਾਸ ਮਹਿਲ ਤੇ, ਕਿਉਂਕਿ ਉੱਥੇ ਤਾਂ ਰਾਜੇ ਤੋਂ ਸਿਵਾਇਆ ਕੋਈ ਨਹੀਂ ਜਾਂਦਾ, ਉਹ ਬਾਹਰੋਂ ਕਿਸੇ ਨੂੰ ਅੰਦਰ ਨਹੀਂ ਆਉਣ ਦਿੰਦਾ। ਜਿਹੜਾ ਪਰਮੇਸ਼ਰ ਦਾ ਭਜਨ ਹੈ ਨਾ, ਇਹ ਦੋਨੇ ਪ੍ਰਕਾਰ ਦਾ ਕੰਮ ਕਰਦਾ। ਬਾਹਰੋਂ ਕਿਸੇ ਮਾੜੇ ਫੁਰਨੇ ਨੂੰ, ਸੰਕਲਪ ਨੂੰ, ਕਿਸੇ ਵਿਕਾਰ ਨੂੰ ਨਹੀਂ ਆਉਣ ਦਿੰਦਾ, ਤੇ ਅੰਦਰੋਂ ਕਿਸੇ ਪ੍ਰਕਾਰ ਦੀ ਮਲਨ ਬਿਰਤੀ ਨੂੰ ਨਹੀਂ ਉੱਠਣ ਦਿੰਦਾ। ਇਹ ਦੋਵੇਂ ਪਾਸੇ ਕੰਮ ਕਰਦਾ। ਬਾਹਰੋਂ, ਕਿਉਂਕਿ ਵਿਕਾਰ ਬਾਹਰੋਂ ਆਉਂਦੇ ਆ, ਕਾਮ ਵੀ ਬਾਹਰੋਂ ਆਉਂਦਾ, ਕ੍ਰੋਧ ਵੀ ਬਾਹਰੋਂ ਆਉਂਦਾ, ਲੋਭ ਵੀ ਬਾਹਰੋਂ ਆਉਂਦਾ, ਮੋਹ ਵੀ ਬਾਹਰੋਂ ਆਉਂਦਾ, ਹੰਕਾਰ ਵੀ ਬਾਹਰੋਂ ਆਉਂਦਾ। ਜਿਹੜੇ ਮਲੀਨ ਫੁਰਨੇ ਨੇ ਉਹ ਅੰਦਰੋਂ ਆਉਂਦੇ ਆ। ਅੰਦਰਲੇ ਮਾੜੇ ਫੁਰਨਿਆਂ ਨੂੰ ਪਰਮੇਸ਼ਰ ਦਾ ਭਜਨ ਬਾਹਰ ਨਹੀਂ ਉੱਠਣ ਦਿੰਦਾ, ਬਾਹਰਲੇ ਮਾੜੇ ਵਿਕਾਰਾਂ ਨੂੰ ਅੰਦਰ ਨਹੀਂ ਆਉਣ ਦਿੰਦਾ। ਐਸੀ ਰੱਖਿਆ ਕਰਦਾ ਹੈ। ਔਰ ਉਸ ਭਜਨ ਵਿੱਚ ਸੁਰਤ ਜਦੋਂ ਜੁੜ ਜਾਏ ਤੇ ਫਿਰ ਉਹ ਮੋਕਸ਼ ਵਾਲੇ ਪਾਸੇ, ਮੁਕਤੀ ਵਾਲੇ ਪਾਸੇ ਲੈ ਜਾਂਦਾ। ਇਹਨੇ ਦੱਸਿਆ, ਕਹਿੰਦਾ ਮਾਸ ਮੱਛੀ ਦਾ ਰਿੰਨਿਆ ਜਾ ਰਿਹਾ ਸੀ, ਉਹਦੇ ਖਾਣ ਦੀ ਇੱਛਾ ਹੋ ਗਈ, ਸਰੀਰ ਛੁੱਟ ਗਿਆ, ਤੇ ਮਾਸ ਖਾਣ ਵਾਲੀ ਇਹ ਜੂਨੀ ਬਗਿਆੜ ਦੀ ਮੈਨੂੰ ਮਿਲ ਗਈ। ਰਹੀ ਬਾਸ਼ਨਾ ਠਹਿਰ ਜਹਾਈ। ਕਿਉਂਕਿ ਜਿੱਥੇ ਵਾਸ਼ਨਾ ਠਹਿਰ ਗਈ ਸੀ, ਕਿਉਂਕਿ ਉੱਥੇ ਰੁਕ ਗਈ ਨਾ, ਸਰੀਰ ਸ਼ਾਂਤ ਹੋ ਗਿਆ, ਵਾਸ਼ਨਾ ਉੱਥੇ ਹੀ ਠਹਿਰ ਗਈ। ਪੂਰਨ ਪੁਰਖ ਤੋਹੇ ਘਰ ਆਵਾ। ਉਸ ਵਾਸ਼ਨਾ ਨੂੰ ਪੂਰਿਆਂ ਕਰਨ ਲਈ ਹੁਣ ਦੂਜਾ ਸਰੀਰ ਲੈਣਾ ਸੀ, ਉਹ ਮਿਲ ਗਿਆ ਬਗਿਆੜ ਦਾ। ਹੁਣ ਮਹਾਰਾਜ ਜੀ ਨੇ ਕਿਰਪਾ ਕੀਤੀ, ਕੋਈ ਮੇਰੇ ਜਿਹੜੇ ਚੰਗੇ ਕਰਮ ਸੀ ਉਹ ਅੱਗੇ ਆਏ ਨੇ, ਕਿ ਤੇਰੇ ਘਰ ਜਿਹੜੇ ਆਏ ਨੇ ਨਾ, ਉਹ ਬੜੇ ਵਲੀ ਪੁਰਸ਼ ਨੇ, ਉਹ ਮਹਾਨ ਪੁਰਸ਼ ਨੇ ਦੁਨੀ ਚੰਦ, ਜੋ ਤੇਰੇ ਘਰ ਆਏ ਹਨ। ਦਰਸ ਪਵਿੱਤਰਤਾ ਹੀ ਤੈ ਪਾਵਾ। ਉਹਨਾਂ ਦੇ ਪਰਮ ਤੇ ਪਵਿੱਤਰ ਦਰਸ਼ਨ ਤੂੰ ਕੀਤੇ ਹਨ। ਤੇਰੋ ਦਰਸ਼ਨ ਮੈਂ ਕਰ ਲੀਨੋ। ਤੂੰ ਉਹਨਾਂ ਦੇ ਦਰਸ਼ਨ ਕੀਤੇ ਨੇ, ਤੇ ਵੇਖ ਉਹਨਾਂ ਦੇ ਦਰਸ਼ਨ ਕਿੰਨੇ ਪਵਿੱਤਰ ਨੇ। ਤੂੰ ਉਹਨਾਂ ਦੇ ਦਰਸ਼ਨ ਕਰਕੇ ਮੇਰੇ ਕੋਲ ਆਇਆ, ਤੇ ਮੈਂ ਤੇਰੇ ਦਰਸ਼ਨ ਕੀਤੇ ਹਨ। ਇਉ ਮਾਨੁਕ ਤਨ ਭਾ ਮਨ ਚੀਨੋ। ਤੇਰੇ ਦਰਸ਼ਨ ਕਰਕੇ ਮੈਂ ਮੁਕਤ ਹੋ ਗਿਆ, ਤੇ ਦੁਨੀ ਚੰਦ ਤੂੰ ਤਾਂ ਉਹਨਾਂ ਦੀ ਪ੍ਰਤੱਖ ਮੂਰਤ ਦੇ ਦਰਸ਼ਨ ਕੀਤੇ ਨੇ, ਤੈਨੂੰ ਕੀ ਕੁਝ ਮਿਲ ਗਿਆ ਹੋਵੇਗਾ।
ਸਤਿ ਸ੍ਰੀ ਅਕਾਲ। ਤੂੰ ਉਹਨਾਂ ਦੇ ਦਰਸ਼ਨ ਕਰਕੇ ਆਇਆ ਤੇ ਮੈਂ ਤੇਰੇ ਦਰਸ਼ਨ ਕੀਤੇ ਨੇ ਤੇ ਆ ਸਰੀਰ ਮੇਰਾ ਇੱਕਦਮ ਪਲਟ ਗਿਆ ਹੈ। ਤੂੰ ਤਾਂ ਉਹਨਾਂ ਦੇ ਦਰਸ਼ਨ ਕਰਕੇ ਆਇਆ ਜਿਹੜੇ ਤਿੰਨਾਂ ਲੋਕਾਂ ਦੇ ਸੁਆਮੀ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਹਨ। ਪੂਰਬ ਕਰਮ ਜਗੇ ਅਬ ਮੇਰੇ ਕੋਈ ਪੂਰਬਲੇ ਜਨਮਾਂ ਦੇ ਚੰਗੇ ਕਰਮ ਸਨ ਜਿਹੜੇ ਜਾਗੇ ਹਨ। ਉੱਤਮ ਗਤ ਪਾਈ ਬਿਨ ਦੇਰੇ ਬਿਨਾਂ ਦੇਰੀ ਤੋਂ ਮੈਨੂੰ ਇਹ ਉੱਤਮ ਗਤੀ ਦੀ ਪ੍ਰਾਪਤੀ ਹੋ ਗਈ ਹੈ। ਅਸ ਕਹਿ ਸੁਰਗ ਬਿਖੈ ਚੱਲ ਗਇਓ ਏਦਾਂ ਕਹਿ ਕੇ ਉਹ ਦੇਵਪੁਰੀ ਨੂੰ ਚਲਾ ਗਿਆ। ਦੁਨੀ ਚੰਦ ਸੁਨ ਅਚਰਜ ਭਇਓ ਦੁਨੀ ਚੰਦ ਨੇ ਸਾਰੀ ਵਿਥਿਆ ਸੁਣੀ, ਸੁਣ ਕੇ ਬੜਾ ਹੈਰਾਨ ਵੀ ਹੋਇਆ। ਹਟ ਕਰ ਸਦਨ ਬਿਖੈ ਚੱਲ ਆਵਾ ਇਹ ਵਾਪਸ ਹਟ ਕੇ ਪਰਤ ਕੇ ਆਪਣੇ ਘਰ ਆਇਆ ਸ੍ਰੀ ਨਾਨਕ ਬੈਸੇ ਜਿਹ ਥਾਵਾ ਜਿੱਥੇ ਦੀਨ ਦੁਨੀਆ ਦੇ ਮਾਲਕ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਕਰ ਬੰਧਨ ਉਸਤਤ ਬਹੁ ਭਾਖੀ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਕੇ ਨੇ ਮਹਾਰਾਜ ਜੀ ਦੀ ਉਸਤਤੀ ਕੀਤੀ ਅਤ ਸ਼ਰਦਾ ਮੈਂ ਭਾ ਅਭਿਲਾਖੀ ਔਰ ਸਤਿਗੁਰੂ ਜੀ ਤੇ ਬੜੀ ਸ਼ਰਧਾ ਰੱਖੀ, ਮਹਾਰਾਜ ਜੀ ਤੇ ਬੜੀ ਭਾਵਨਾ ਰੱਖੀ। ਨਾਗਰ ਈਸ਼ਵਰ ਰੂਪ ਉਜਾਗਰ ਕਹਿਣ ਲੱਗਾ ਹੈ ਨਾਗਰ, ਨਾਗਰ ਕਹਿੰਦੇ ਨੇ ਸੁੰਦਰ ਨੂੰ, ਨਾਗਰ ਕਹਿੰਦੇ ਨੇ ਚਤਰ ਨੂੰ। ਇਹ ਸੁੰਦਰ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੁਸੀਂ ਈਸ਼ਵਰ ਹੋ, ਅਪਾਰ ਅਕਾਲ ਪੁਰਖ ਹੋ। ਤੁਮ ਸਮਰੱਥ ਸਰਬ ਸੁਖ ਸਾਗਰ ਮਹਾਰਾਜ ਤੁਸੀਂ ਸਮਰੱਥ ਹੋ, ਸਰਬ ਸੁੱਖਾਂ ਦੇ ਸਾਗਰ ਹੋ। ਭਗਤ ਵਸ਼ਲ ਕਰੁਣਾ ਕਰ ਸੁਆਮੀ ਮਹਾਰਾਜ ਭਗਤ ਵਛਲ ਹੋ, हे ਭਗਤ ਵਛਲ ਸੁਆਮੀ ਮੇਰੇ ਤੇ ਕਰੁਣਾ ਕਰੋ, ਮੇਰੇ ਤੇ ਵੀ ਦਇਆ ਕਰੋ। ਦੀਨ ਬੰਧ ਪ੍ਰਭ ਅੰਤਰ ਜਾਮੀ हे ਦੀਨਾਂ ਦੇ ਬੰਧੂ, हे ਪ੍ਰਭੂ ਅੰਤਰਯਾਮੀ ਸਤਿਗੁਰੂ ਸੇਵਾ ਕਰਨ ਮੁਝੈ ਫੁਰਮਾਵਹੁ ਮਹਾਰਾਜ ਜੀ ਮੈਨੂੰ ਆਪਣੀ ਸੇਵਾ ਫਰਮਾਓ, ਮੈਂ ਤੁਹਾਡੀ ਕੀ ਸੇਵਾ ਕਰਾਂ। ਮਹਾਰਾਜ ਮੇਰੇ ਅਹੋ ਭਾਗ ਆਪ ਜੀ ਆਏ ਹੋ, ਦਰਸ਼ਨ ਦਿੱਤੇ ਨੇ, ਮਹਾਰਾਜ ਕਿਰਪਾ ਕਰਕੇ ਮੇਰੇ ਲਾਇਕ ਸੇਵਾ ਦੱਸੋ, ਮੈਂ ਤੁਹਾਡੀ ਕੀ ਸੇਵਾ ਟਹਿਲ ਕਰਾਂ। ਤੁਮ ਸੰਤਨ ਕੇ ਨਿਤ ਚਿਤ ਭਾਵਹੁ ਮਹਾਰਾਜ ਜੀ ਤੁਹਾਡੇ ਜੈਸੇ ਮਹਾਂਪੁਰਸ਼ਾਂ ਦੇ ਚਿੱਤ ਨੂੰ ਮੈਂ ਭਾ ਜਾਵਾਂ, ਕੋਈ ਐਸੀ ਸੇਵਾ ਦੱਸੋ। ਸੁਨ ਕਰ ਤੇ ਕੋ ਕਰਨ ਕਿਰਤਾਰਥ ਦੁਨੀ ਚੰਦ ਨੂੰ ਕਿਰਤਾਰਥ ਕਰਨ ਵਾਸਤੇ ਸਤਿਗੁਰੂ ਜੀ ਨੇ ਦੁਨੀ ਚੰਦ ਦੀ ਬੇਨਤੀ ਸੁਣੀ ਤੇ ਬੋਲੇ ਬੋਲੇ ਦੇਨ ਹਾਰ ਪਰਮਾਰਥ ਦੁਨੀ ਚੰਦ ਨੂੰ ਪਰਮਾਰਥ ਦੀ ਸੋਝੀ ਦੇਣ ਵਾਸਤੇ ਗਰੀਬ ਨਵਾਜ ਸਾਹਿਬ ਜੀ ਤਰਸ ਦੇ ਘਰ ਵਿੱਚ ਆ ਕੇ ਇਹਨੂੰ ਉਪਦੇਸ਼ ਦੇਣ ਵਾਸਤੇ ਬੋਲੇ ਹਮਰੀ ਸੂਚੀ ਰੱਖੋ ਸੰਭਾਰੀ। ਮਹਾਰਾਜ ਜੀ ਦੇ ਹੱਥ ਵਿੱਚ ਇੱਕ ਸੂਈ ਸੀ ਨਿੱਕੀ ਜੀ। ਮਹਾਰਾਜ ਜੀ ਕਹਿੰਦੇ ਲੈ ਦੁਨੀ ਚੰਦ ਆ ਸੂਈ ਹੈ ਸਾਡੀ ਤੇ ਆ ਰੱਖੀ ਹੋਈ ਹੈ, ਕਿਤੇ ਕੋਈ ਚੋਲਾ ਫਟ ਜੇ ਉਹਨੂੰ ਸੀਵਣ ਵਾਸਤੇ, ਤੇ ਆ ਸੂਈ ਜਿਹੜੀ ਹੈ ਇਹ ਤੂੰ ਆਪਣੇ ਕੋਲ ਰੱਖ ਲੈ, ਲੈ ਵਹਿੰਗੇ ਪਰ ਲੋਕ ਅਗਾਰੀ ਤੇ ਅਗਲੇ ਜਹਾਨ 'ਚ ਤੇਰੇ ਕੋਲੋਂ ਲੈ ਲਵਾਂਗੇ। ਪਰਲੋਕ 'ਚ ਇਹ ਸਾਂਭ ਕੇ ਰੱਖੀ ਆਪਣੇ ਕੋਲ, ਗਵਾਈ ਨਾ ਕਿਤੇ, ਤੇ ਅਗਲੇ ਜਹਾਨ ਵਿੱਚ ਪਰਲੋਕ ਵਿੱਚ ਤੇਰੇ ਕੋਲੋਂ ਲੈ ਲਵਾਂਗੇ। ਇਹ ਹਮਰੀ ਸੇਵਾ ਦੀ ਤੋਹੀ ਆਹੀ ਸੇਵਾ ਸਾਡੀ। ਜੇ ਤੂੰ ਪੁੱਛਿਆ ਨਾ ਵੀ ਸੇਵਾ ਦੱਸੋ, ਆਹੀ ਸੇਵਾ ਸਾਡੀ ਕਰ ਲੈ ਜੇ ਤੇਰੇ ਮਨ ਨੂੰ ਭਾਉਂਦੀ ਹੈ। ਔਰ ਨ ਕਛ ਅਬਿਲਾਖਾ ਮੋਹੀ ਆ ਹੋਰ ਕੋਈ ਅਬਲਾਖਾ ਨਹੀਂ ਹੈ ਸਾਨੂੰ, ਹੋਰ ਕੋਈ ਇੱਛਾ ਨਹੀਂ। ਸੁਨ ਕਰ ਦੁਨੀ ਚੰਦ ਅਸ ਬੈਨਾ ਮਹਾਰਾਜ ਜੀ ਦੇ ਬਚਨ ਦੁਨੀ ਚੰਦ ਨੇ ਸੁਣੇ। ਲੈ ਸੂਚੀ ਗਮਨਿਓ ਨਿਜ ਐਨਾ ਮਹਾਰਾਜ ਜੀ ਕੋਲੋਂ ਸੂਈ ਲੈ ਕੇ ਆਪਣੀ ਘਰਵਾਲੀ ਕੋਲ ਗਿਆ। ਕਹੈ ਪਾਰ ਜਾ ਸੋ ਬਚ ਸੋਈ ਘਰਵਾਲੀ ਨੂੰ ਜਾ ਕੇ ਕਹਿਣ ਲੱਗਾ, ਇਹ ਸੂਚੀ ਰੱਖ ਜਾਏ ਨ ਖੋਈ। ਕਹਿਣ ਲੱਗਾ ਭਾਗਵਾਨੇ ਸੁਮਤੇ ਏਦਾਂ ਕਰ ਭਾਰ ਜਾ, ਆ ਸੂਈ ਜਿਹੜੀ ਹੈ ਤੂੰ ਆਪਣੇ ਕੋਲ ਸਾਂਭ ਕੇ ਰੱਖ ਲੈ, ਕਿਤੇ ਗਵਾਚ ਨਾ ਜਾਏ, ਚੰਗੀ ਤਰ੍ਹਾਂ ਕਿਤੇ ਟਿਕਾਣੇ ਤੇ ਸਾਂਭ ਕੇ ਰੱਖੀ। ਗੁਰਲੇ ਵਹਿ ਪਰ ਲੋਕ ਕੇ ਮਾਹੀ ਇਹ ਗੁਰਦੇਵ ਨੇ ਦਿੱਤੀ ਆ, ਗੁਰੂ ਨਾਨਕ ਸਾਹਿਬ ਨੇ, ਤੇ ਉਹਨਾਂ ਨੇ ਸੂਈ ਮੇਰੇ ਕੋਲੋਂ ਅੱਗੇ ਪਰਲੋਕ ਵਿੱਚ ਲੈਣੀ ਹੈ, ਅਪਰ ਸਥਾਨ ਲੇਤ ਸੋ ਨਾਹੀ। ਹੋਰ ਕਿਤੇ ਨਹੀਂ ਲੈਣੀ ਉਹਨਾਂ ਨੇ ਸੂਈ,
ਉਹ ਕਹਿੰਦੇ ਪਰਲੋਕ ਵਿੱਚ ਲਵਾਂਗੇ। ਰਾਖੋ ਭਲੀ ਪ੍ਰਕਾਰ ਸੰਭਾਰੀ। ਇਸ ਕਰਕੇ ਭਾਗਵਾਨੇ ਨੂੰ ਤੂੰ ਸਾਂਭ ਕੇ ਚੰਗੀ ਤਰੀਕੇ ਨਾਲ ਰੱਖ ਦੇਈਂ। ਤਬ ਦੈ ਹੈ ਜਬ ਲੇਹ ਅਗਾਰੀ। ਜਦੋਂ ਅੱਗੇ ਉਹ ਮੰਗਣਗੇ ਨਾ ਤੇ ਫਿਰ ਆਪਾਂ ਉਹਨਾਂ ਨੂੰ ਇਹ ਦੇ ਦਿਆਂਗੇ। ਸੁਨਤੇ ਤੀय ਕਹੇ ਬਚ ਐਸੇ। ਸੁਣ ਕੇ ਦੀ ਘਰ ਵਾਲੀ ਸਿਆਣੀ ਸੁਮਤੀ ਉਹ ਬੋਲੀ, ਆਗੇ ਲੈ ਜਾਵੋਗੇ ਕੈਸੇ। ਕਹਿਣ ਲੱਗੀ ਪਤੀ ਦੇਵ ਜੀ ਕਿੰਨੇ ਭੋਲੇ ਹੋ। ਉਹਨਾਂ ਕਹਿ ਦਿੱਤਾ ਤੁਸੀਂ 7 ਬਚਨ ਕਰਕੇ ਆ ਗਏ, ਭਲਾ ਇਹ ਦੱਸੋ ਵੀ ਅੱਗੇ ਤੁਸੀਂ ਲੈ ਕੇ ਕਿਵੇਂ ਜਾਣੀ ਹੈ ਸੂਈ। ਘਰ ਵਾਲੀ ਕਹਿੰਦੀ ਪਤੀ ਦੇਵ ਜੀ ਕਿੰਨੇ ਭੋਲੇ ਹੋ, ਗੁਰੂ ਸਾਹਿਬ ਨੇ ਤੁਹਾਨੂੰ ਕਿਹਾ ਤੁਸੀਂ ਤਾਂ 7 ਬਚਨ ਕਹਿ ਕੇ ਲੈ ਆਏ ਘਰ, ਪਰ ਇਹ ਦੱਸੋ ਵੀ ਤੁਸੀਂ ਇਹ ਸੂਈ ਅੱਗੇ ਦੇਵੋਗੇ ਕਿਵੇਂ। ਨਿਤ ਸੰਗੀ ਜੋ ਦੇਹ ਵਿਚਾਰੀ। ਆ ਜਿਹੜੀ ਦੇਹ ਹੈ ਇਹ ਸਾਡੇ ਨਾਲ ਰਹਿੰਦੀ ਹੈ ਹਮੇਸ਼ਾ, ਇਹ ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਨਾਲ ਹੈ। ਸੋ ਭੀ ਜਾਏ ਨਾ ਸਕੈ ਅਗਾਰੀ। ਅੱਗੇ ਤਾਂ ਇਹ ਦੇਹ ਵੀ ਨਹੀਂ ਜਾਣੀ, ਇਹ ਸਰੀਰ ਵੀ ਨਹੀਂ ਜਾਣਾ, ਸੁਨ ਵਿਚਾਰ ਕਰ ਸੋ ਲੈ ਆਵਾ। ਤੇ ਫਿਰ ਇਹ ਸੂਈ ਕਿਵੇਂ ਲੈ ਕੇ ਜਾਓਗੇ ਉੱਥੇ। ਕਹਿਣ ਲੱਗੇ ਭਾਗਵਾਨ ਨੇ ਵੀ ਮੈਂ ਤਾਂ ਗੁਰੂ ਸਾਹਿਬ ਨੇ ਜਿਵੇਂ ਕਿਹਾ 7 ਬਚਨ ਕਹਿ ਕੇ ਲੈ ਆਇਆ, ਇਹ ਗੱਲ ਤਾਂ ਮੈਂ ਸੋਚੀ ਨਹੀਂ, ਇਹ ਤਾਂ ਮੈਂ ਵਿਚਾਰੀ ਨਹੀਂ। ਉਸੇ ਵੇਲੇ ਸੂਈ ਲੈ ਕੇ ਵਾਪਸ ਸਤਿਗੁਰਾਂ ਕੋਲ ਆਇਆ। ਪਾਸ ਬੈਸ ਕਰ ਬਚਨ ਅਲਾਵਾ। ਸਤਿਗੁਰੂ ਜੀ ਦੇ ਕੋਲ ਆ ਕੇ ਬੋਲਿਆ ਦੁਨੀ ਚੰਦ, ਕਹਿਣ ਲੱਗਾ ਨਹਿ ਆਗੈ ਇਹ ਸੂਚੀ ਜਾਵੇ। ਮਹਾਰਾਜ ਜੀ ਇਹ ਸੂਈ ਤਾਂ ਅੱਗੇ ਜਾਣੀ ਨਹੀਂ, ਤੁਸੀਂ ਤਾਂ ਚੰਗਾ ਮਖੌਲ ਕੀਤਾ ਮਹਾਰਾਜ ਜੀ ਮੇਰੇ ਨਾਲ। ਪਾਤਸ਼ਾਹ ਇਹ ਤਾਂ ਅੱਗੇ ਜਾਣੀ ਨਹੀਂ। ਇਹ ਬਿਦ ਮੋਤੇ ਨਹਿ ਬਨ ਆਵੇ। ਮਹਾਰਾਜ ਇਹ ਸੇਵਾ ਨਹੀਂ ਮੇਰੇ ਕੋਲੋਂ ਹੋਣੀ, ਤੁਸੀਂ ਕਹਿੰਦੇ ਸੀ ਵੀ ਆਹ ਸੇਵਾ ਕਰ ਸਾਡੀ, ਮਹਾਰਾਜ ਇਹ ਸੇਵਾ ਤਾਂ ਮੇਰੇ ਕੋਲੋਂ ਹੋਣੀ ਨਹੀਂ, ਇਹ ਤਾਂ ਅੱਗੇ ਜਾਣੀ ਨਹੀਂ। ਬੋਲੇ ਬਚਨ ਤਬੈ ਜਗਤੇਸ਼ਾ। ਸੁਣ ਕੇ ਜਗਤ ਦੇ ਈਸ਼ਵਰ ਸਤਿਗੁਰੂ ਜੀ ਬੋਲੇ, ਪਾਇਓ ਸਮੈ ਦੇਨ ਉਪਦੇਸ਼ਾ। ਮਹਾਰਾਜ ਜੀ ਨੇ ਵੇਖਿਆ ਹੁਣ ਲੋਹਾ ਤਾਤਿਆ, ਹੁਣ ਥੋੜਾ ਮਾਰੀਏ, ਹੁਣ ਲੋਹਾ ਤਪਿਆ ਹੋਇਆ ਥੋੜਾ ਮਾਰੀਏ, ਜਿਵੇਂ ਢਾਲਾਂਗੇ ਢਲ ਜਾਏਗਾ। ਪਾਤਸ਼ਾਹ ਨੇ ਵੇਖਿਆ ਹੁਣ ਵੇਲਾ ਹੈ ਉਪਦੇਸ਼ ਦਾ। ਮਹਾਰਾਜ ਜੀ ਹੁਣ ਬੋਲੇ, ਹੁਣ ਦੇਣ ਲੱਗੇ ਨੇ ਉਪਦੇਸ਼। ਗੁਰ ਤੁਠੈ ਹਰ ਉਪਦੇਸਿਆ, ਹਰ ਭੇਟਿਆ ਰਾਓ ਨਸੰਗ। ਮਹਾਰਾਜ ਜੀ ਨੇ ਉਪਦੇਸ਼ ਦੇ ਕੇ ਨਵਾਜਿਆ। ਸਪਤ ਲੱਖ ਤੈ ਸੰਚਿਓ ਦਰਬਾਰ। ਮਹਾਰਾਜ ਜੀ ਕਹਿੰਦੇ ਦੁਨੀ ਚੰਦ 7 ਲੱਖ ਰੁਪਈਆ ਜੋੜ ਕੇ ਰੱਖਿਆ ਤੂੰ ਆਪਣੇ ਘਰ। 7 ਲੱਖ ਰੁਪਈਆ ਉਹਨਾਂ ਵੇਲਿਆਂ 'ਚ ਜੋੜ ਕੇ ਰੱਖਣਾ ਬੜਾ ਮਾਇਨੇ ਰੱਖਦਾ ਸੀ। ਮਹਾਰਾਜ ਜੀ ਕਹਿੰਦੇ 7 ਲੱਖ ਰੁਪਈਆ ਤੂੰ ਜੋੜ ਕੇ ਰੱਖਿਆ ਹੋਇਆ, ਸੋ ਕੈਸੇ ਲੈ ਜਾਵਹਿ ਸਰਬਾਰ। ਜੇ ਆ ਸੂਈ ਨਹੀਂ ਲੈ ਕੇ ਜਾ ਸਕਦਾ ਤੇ ਉਹ ਕਿਵੇਂ ਲੈ ਕੇ ਜਾਏਗਾ ਤੂੰ ਜਿਹੜਾ ਜੋੜਿਆ ਹੋਇਆ। 7 ਲੱਖ ਰੁਪਈਆ ਜੋੜ ਕੇ ਆਪਣੇ ਪਾਸ ਰੱਖਿਆ ਹੋਇਆ, ਜੇ ਆ ਸੂਈ ਨਹੀਂ ਤੂੰ ਅੱਗੇ ਲਿਜਾ ਸਕਦਾ ਉਹ ਕਿਵੇਂ ਲੈ ਕੇ ਜਾਏਗਾ। ਧਨ ਕੋ ਸੰਚ ਕਰਹਿ ਬਹੁ ਕਲ ਮਲ। ਪਾਪ ਕਰਕੇ ਠੱਗੀਆਂ ਕਰਕੇ ਧਨ ਇਕੱਠਾ ਕਰਦਾ ਹੈ, ਕਿਉਂਕਿ ਬਣੀਆਂ ਸੀ ਕਈ ਤਰ੍ਹਾਂ ਦੇ ਛਲ ਫਰੇਬ ਕਰਕੇ ਇਕੱਠਾ ਕਰਦਾ ਸੀ। ਪਾਤਸ਼ਾਹ ਵੇਖੋ ਕੈਸੀ ਸੁੰਦਰ ਪਾਤਸ਼ਾਹ ਸਮਾਜ ਸਿਰਜਣ ਵਾਲੀ ਸੋਚ ਬਖਸ਼ਦੇ। ਇਤਨਾ ਪੈਸਾ ਇਕੱਠਾ ਕਰਕੇ ਮਿੱਟੀ 'ਚ ਦੱਬ ਕੇ ਰੱਖਿਆ, ਕਿਸ ਕੰਮ ਆ ਰਿਹਾ ਹੈ। ਉਹ ਸਮਾਜ ਵਿੱਚ ਵਰਤੇਗਾ, ਲੋਕਾਂ ਦੇ ਵਿੱਚ ਵਰਤੇਗਾ, ਉਹਨਾਂ ਦਾ ਕੁਝ ਫਾਇਦਾ ਹੋਵੇਗਾ, ਲਾਭ ਹੋਵੇਗਾ, ਲੋਕ ਗਰੀਬੀ ਤੋਂ ਭਰਨਗੇ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੋਣਗੀਆਂ, ਫਿਰ ਇਹ ਪਾਪ ਕਰਮ ਤੋਂ ਬਚੇਗਾ। ਕਿਉਂਕਿ ਪਾਪਾਂ ਤੋਂ ਬਿਨਾਂ ਤਾਂ ਨਹੀਂ ਇਕੱਠਾ ਹੋ ਸਕਦਾ ਸੀ, ਪਾਪਾਂ ਬਾਝੋਂ ਹੋਵੇ ਨਹੀਂ, ਪਾਪ ਕਰਮ ਤੋਂ ਬਿਨਾਂ ਤਾਂ ਇਕੱਠਾ ਨਹੀਂ ਸੀ ਹੋਣਾ। ਤੋ ਇਸ ਕਰਕੇ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ, ਕਹਿੰਦੇ ਹੁਣ ਉਹ ਜਿਹੜਾ ਤੂੰ ਪਾਪ ਕਰਕੇ ਕਲਬਲ ਕਰਕੇ ਇਕੱਠਾ ਕੀਤਾ ਹੋਇਆ ਹੈ, ਬੋਲੇ ਕੂੜ ਕਰਤ ਹੈ ਛਲ ਬਲ। ਝੂਠ ਬੋਲਦਾ ਸਾਰਾ ਦਿਨ ਦੁਕਾਨਦਾਰੀ ਵਿੱਚ ਬਹਿ ਕੇ ਛਲ ਬਲ ਕਰਕੇ ਕਈ ਤਰੀਕਿਆਂ ਨਾਲ ਆਗੇ ਸੰਗ ਨਾ ਹੋਤ ਸਹਾਈ। ਇਹ ਇਕੱਠਾ ਕਰਕੇ ਰੱਖਿਆ, ਇਹ ਤਾਂ ਅੱਗੇ ਨਾ ਸੰਗ ਹੋਣਾ ਨਾ ਇਹਨੇ ਸਹਾਇਤਾ ਕਰਨੀ ਹੈ। ਸੰਚਤ ਸੰਚਤ ਔਦ ਬਿਹਾਈ। ਇਹਨੂੰ ਇਕੱਠਾ ਕਰਦਿਆਂ ਤੂੰ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ ਹੈ। ਪਰਿਓ ਰਹਿ ਧਨ ਮ੍ਰਿਤ ਸੋਆਈ। ਇਹ ਮੌਤ ਜਦੋਂ ਆ ਗਈ ਨਾ ਤੇ ਦੁਨੀ ਚਾਹੁੰਦੇ ਧਨ ਇੱਥੇ ਹੀ ਪਿਆ ਰਹਿ ਜਾਣਾ,
ਇੱਥੇ ਹੀ ਧਰਿਆ ਰਹਿ ਜਾਣਾ, ਇਹਦਾ ਰਖਵਾਲਾ ਕਿਸੇ ਦੂਜੇ ਨੇ ਬਣ ਜਾਣਾ। ਕਰਤ ਪਾਪ ਸੋ ਜੀਵ ਪੁੰਚਾਈ। ਔਰ ਜਿਹੜੇ ਪਾਪ ਜੀਵ ਨੇ ਕੀਤੇ ਹੋਏ ਨੇ ਉਹੀ ਫਿਰ ਅੱਗੇ ਜੀਵ ਨੂੰ ਪੁੰਚਣੇ ਪੈਣੇ ਆ। ਇਹਨੇ ਨਹੀਂ ਜਾਣਾ, ਪਰ ਇਹਨੂੰ ਇਕੱਠਾ ਕਰਨ ਲਈ ਜਿਹੜੇ ਪਾਪ ਕੀਤੇ ਐ ਉਹ ਜ਼ਰੂਰ ਅੱਗੇ ਜਾਣਗੇ। ਸਰਿਓ ਦਰਬ ਤੇ ਕੌਨੇ ਕਾਮਾ। ਫਿਰ ਦੱਸ ਇਸ ਪੈਸੇ ਨਾਲ ਕਿਹੜਾ ਕੰਮ ਸਵਰਿਆ ਭਾਈ, ਕਿਹੜਾ ਕਾਰਜ ਸਵਰਿਆ? ਬਿਨਾ ਪੁੰਨ ਕੇ ਦੁੱਖ ਕੋ ਧਾਮਾ। ਕਿਉਂਕਿ ਜੇ ਪੁੰਨ ਕਰਮ ਨਹੀਂ ਕੀਤੇ ਤੇ ਫਿਰ ਦੁੱਖ ਹੀ ਦੁੱਖ ਹੋਣਗੇ। ਤੁਨੀ ਚੰਦ ਸੁਨ ਗਿਰਾ ਉਚਾਰੀ। ਦੋਨੀ ਚੰਦ ਨੇ ਹੱਥ ਜੋੜੇ ਤੇ ਬੋਲਿਆ, ਕਿਸ ਪ੍ਰਕਾਰ ਸੰਗ ਜਾਏ ਅਗਾਰੀ। ਮਹਾਰਾਜ ਜੀ ਫਿਰ ਇਹ ਅੱਗੇ ਕਿਵੇਂ ਜਾਏਗਾ? ਸੋ ਕਰੁਣਾ ਕਰ ਮੁਝੈ ਬਤਾਵਹੁ। ਮਹਾਰਾਜ ਕਿਰਪਾ ਕਰਕੇ ਮੈਨੂੰ ਦੱਸੋ, ਦੀਨ ਜਾਣ ਉਪਦੇਸ਼ ਦ੍ਰਿੜਾਵਹੁ। ਮੈਨੂੰ ਆਪਣਾ ਦੀਨ ਸੇਵਕ ਜਾਣ ਕੇ ਆਪਣਾ ਉਪਦੇਸ਼ ਦ੍ਰਿੜ ਕਰਾਵੋ। ਗੁਰੂ ਪਨੈ ਸੁਨੀਏ ਦੇ ਚੀਤਾ। ਮਹਾਰਾਜ ਜੀ ਬੋਲੇ, ਕਹਿੰਦੇ ਸੁਣ ਦੁਨੀ ਚੰਦ, ਇਸ ਪ੍ਰਾਨੀ ਕੇ ਤੀਨੋ ਮਿੱਤਾ। ਮਹਾਰਾਜ ਜੀ ਕਹਿੰਦੇ ਇਸ ਪ੍ਰਾਣੀ ਦੇ 3 ਮਿੱਤਰ ਦੱਸੇ ਜਾਂਦੇ ਨੇ। ਦਰਬ ਪਰਿਵਾਰ ਕਰਮ ਲਖ ਲੀਜੈ। ਪਹਿਲਾ ਧਨ ਹੈ, ਦੂਸਰਾ ਪਰਿਵਾਰ ਹੈ ਤੇ ਤੀਸਰਾ ਕਰਮ ਹਨ। ਜਸ ਸੰਗੀ ਤਸ ਦਸ਼ਾ ਸੁਨੀਜੈ। ਇਹ ਜਿਵੇਂ ਸੰਗੀ ਨੇ, ਜਿਵੇਂ ਮਿੱਤਰ ਕਹੇ ਜਾਂਦੇ ਨੇ ਉਹ ਸੁਣ ਤੈਨੂੰ ਦੱਸਦੇ ਹਾਂ। ਜਬ ਲੋ ਪ੍ਰਾਨ ਰਹੈ ਤਨ ਮਾਹੀ। ਜਦੋਂ ਤੱਕ ਇਸ ਸਰੀਰ 'ਚ ਪ੍ਰਾਣ ਚੱਲਦੇ ਹਨ ਤਬ ਲੋ ਧਨ ਮਿਤ ਬਹਰੋ ਨਾਹੀ। ਉਦੋਂ ਤੱਕ ਧਨ ਮਿੱਤਰ ਹੈ, ਉਦੋਂ ਤੱਕ ਜਿਹੜਾ ਪੈਸਾ ਹੈ ਉਹ ਮਿੱਤਰ ਹੈ। ਲੇਤ ਸੰਭਾਰ ਅਪਰ ਹੀ ਜਾਂ ਕੋ। ਜਦੋਂ ਸਰੀਰ 'ਚੋਂ ਪ੍ਰਾਣ ਨਿਕਲ ਜਾਣ ਤੇ ਜੇਬ 'ਚ ਵੀ ਪਾਇਆ ਪੈਸਾ ਕੱਢ ਕੇ ਪਹਿਲਾਂ ਜੇਬਾਂ ਖਾਲੀ ਕਰਦੇ ਆ। ਆ ਜਿਹੜੀਆਂ ਉਂਗਲੀ 'ਚ ਮੁੰਦਰੀਆਂ ਪਾਈਆਂ ਨੇ ਨਾ ਹੀਰਿਆਂ ਨਾਲ ਮੜ ਮੜ ਕੇ, ਜੇ ਨਾ ਨਿਕਲੀਆਂ ਤੇ ਅਗਲਿਆਂ ਨੇ ਉਂਗਲੀਆਂ ਖੋਤਰ ਖੋਤਰ ਕੇ ਕੱਢ ਲੈਣੀਆਂ। ਦੁਨੀ ਚੰਦ ਜੇਬਾਂ ਤੇਰੀਆਂ ਪਹਿਲੋਂ ਖਾਲੀ ਕਰਨਗੇ। ਇਸ ਧਨ ਦਾ ਮਿੱਤਰ ਏਦਾਂ ਜਿਹੜੇ ਹੋਰ ਨੇ ਉਹਨਾਂ ਨੇ ਆਣ ਕੇ ਬਣ ਜਾਣਾ। ਕਲ ਮਲ ਅਨਿਕ ਕੀਏ ਹਿਤ ਜਾਂ ਕੋ। ਜਿਸ ਲਈ ਤੂੰ ਇਹ ਕਲਬਲ ਕੀਤੇ ਨੇ, ਜਿਸ ਲਈ ਇਹ ਪਾਪ ਕੀਤੇ ਨੇ, ਤਨ ਕੇ ਦਾਹਤੀਕ ਪਰਵਾਰਾ। ਉਹ ਸਾਰਾ ਏਦਾਂ ਹੀ ਇੱਕਦਮ ਸਰੀਰ ਦੇ ਛੁੱਟਦਿਆਂ ਪਹਿਲਾਂ ਇਹੀ ਛੁੱਟਣਾ। ਦੂਜੇ ਨੇ ਪਰਿਵਾਰ ਦੇ ਜੀ, ਇਹ ਵੀ ਮਿੱਤਰ, ਇਹ ਉੱਥੇ ਤੱਕ ਨੇ ਜਦੋਂ ਤੱਕ ਸਾੜ ਕੇ ਸਵਾਹ ਨਹੀਂ ਕਰ ਦਿੰਦੇ। ਇਹ ਥੋੜਾ ਜਿਹਾ ਅੱਗੇ ਤੱਕ ਜਾਂਦੇ ਆ, ਧਨ ਪਹਿਲਾਂ ਹੀ ਛੱਡ ਜਾਂਦਾ। ਧਨ ਨੂੰ ਰਿਸ਼ਤੇਦਾਰ ਦੂਸਰੇ ਮਿੱਤਰ ਨੇ ਜਿਹੜੇ ਸ਼ਮਸ਼ਾਨ ਭੂਮੀ ਤੱਕ, ਚਿਖਾ ਤੱਕ ਸਾੜਨ ਤੱਕ ਨਾਲ ਜਾਂਦੇ ਨੇ। ਪੁੰਨ ਤ੍ਰਿਨ ਤੋ ਰਹਿ ਆਏ ਅਗਾਰਾ। ਫਿਰ ਉੱਥੇ ਤਿਣਕਾ ਜਿਹਾ ਤੋੜ ਕੇ ਏਦਾਂ ਅੱਗ 'ਚ ਸੁੱਟਦਿਆਂ ਕਹਿੰਦੇ, ਚੰਗਾ ਭਾਈ ਤੇਰੇ ਨਾਲੋਂ ਸਾਡੀ ਟੁੱਟੀ, ਇੰਨੀ ਕੁ ਸੀ ਤੇਰੇ ਨਾਲ। ਉੱਥੇ ਹੀ ਹੁਣ ਨਾ ਤੂੰ ਸਾਡਾ ਸੰਬੰਧੀ ਤੇ ਨਾ ਅਸੀਂ ਤੇਰੇ। ਉਦੋਂ ਇਹ ਭੈ ਹੋ ਜਾਂਦਾ ਮਨ 'ਚ ਵੀ ਜੇ ਹੁਣ ਕਿਤੇ ਕਹਿ ਦਿੱਤਾ ਵੀ ਤੂੰ ਸਾਡਾ ਮਿੱਤਰ ਤੇ ਕਿਤੇ ਪਿੱਛੇ ਹੀ ਨਾ ਇਹਦੀ ਰੂਹ ਟੁਰ ਕੇ ਆ ਜਾਏ। ਕਹਿੰਦੇ ਹੁਣ ਨਹੀਂ ਤੂੰ ਸਾਡਾ ਮਿੱਤ, ਨਾ ਅਸੀਂ ਤੇਰੇ ਮਿੱਤ, ਇੱਥੇ ਤੱਕ ਹੀ ਸੀ। ਹਾਂਜੀ, ਆਗੇ ਕੋਈ ਨ ਸੰਗ ਸਹਾਈ। ਅੱਗੇ ਫਿਰ ਕੋਈ ਸੰਬੰਧੀ, ਕੋਈ ਮਿੱਤਰ, ਕੋਈ ਵੀ ਰਿਸ਼ਤੇਦਾਰ ਪੁੱਤ ਧੀ ਨਾਲ ਨਹੀਂ ਜਾਂਦਾ। ਜਿਨ ਸੋ ਹਿਤ ਕਰ ਔਦ ਬਿਤਾਈ। ਜਿਨ੍ਹਾਂ ਨਾਲ ਹਿੱਤ ਕਰਕੇ ਬੰਦਾ ਸਾਰੀ ਜ਼ਿੰਦਗੀ ਬਤੀਤ ਕਰਦਾ ਹੈ। ਤੀਜੇ ਕਰਮ ਮੀਤ ਇਸ ਕੇਰੇ। ਤੀਜੇ ਨੇ ਇਹਦੇ ਮਿੱਤਰ ਕਰਮ, ਜਿਹੜੇ ਨੇ ਕਰਮ ਕੀਤੇ ਨੇ, ਇਹ ਤੀਜੇ ਮਿੱਤਰ ਹਨ। ਸੇ ਨਿਤ ਸੰਗੀ ਜਾਹੇ ਅਗੇਰੇ। ਉਹ ਨਿਤ ਸੰਗੀ ਨੇ, ਉਹਨਾਂ ਨੇ ਅੱਗੇ ਵੀ ਜਾਣਾ। ਜਿਹੜੇ ਕਰਮ ਕੀਤੇ ਨੇ, ਚਾਹੇ ਉਹ ਚੰਗੇ ਨੇ ਚਾਹੇ ਮਾੜੇ ਨੇ, ਉਹ ਜ਼ਰੂਰ ਜਾਣੇ ਨੇ ਨਾਲ ਅੱਗੇ। ਬੁਰੇ ਕੇ ਭਲੇ ਕਰੇ ਹੈ ਜੈਸੇ। ਉਹ ਭਾਵੇਂ ਬੁਰੇ ਕੀਤੇ ਨੇ ਤੇ ਭਾਵੇਂ ਭਲੇ ਕੀਤੇ ਨੇ, ਉਹ ਅੱਗੇ ਨਾਲ ਚੱਲਣਗੇ। ਫਲ ਦੇਵੇਂ ਤਸ ਹਟੈ ਨ ਕੈਸੇ। ਉਹ ਕਰਮ ਐਸੇ ਨੇ ਵੀ ਉਹਨਾਂ ਨੇ ਫਲ ਦੇਣਾ ਹੀ ਦੇਣਾ, ਉਹ ਹਟਦੇ ਨਹੀਂ ਹਨ। ਉਦੋਂ ਤੱਕ ਨਹੀਂ ਹਟਦੇ ਜਦੋਂ ਤੱਕ ਇਹਨੂੰ ਫਲ ਨਹੀਂ ਦੇ ਦਿੰਦੇ। ਚਾਹੇ ਉਹ ਚੰਗੇ ਕਰਮ ਨੇ ਚਾਹੇ ਮਾੜੇ ਨੇ, ਉਹਨਾਂ ਨੇ ਫਲ ਦੇਣਾ ਹੀ ਦੇਣਾ। ਉਦੋਂ ਤੱਕ ਨਹੀਂ ਉਹ ਹਟਦੇ ਜਦੋਂ ਤੱਕ ਫਲ ਨਹੀਂ ਦੇ ਦਿੰਦੇ। ਇਸ ਬਿਦ ਹਿਰਦੈ ਵਿਚਾਰ ਕਰੀ ਜੈ। ਇਸ ਤਰ੍ਹਾਂ ਦੀ ਵਿਚਾਰ ਤੂੰ ਆਪਣੇ ਹਿਰਦੇ ਵਿੱਚ ਕਰ ਲੈ ਦੁਨੀ ਚੰਦ। ਦਰਬ ਭਲੇ ਕਰ ਮਨ ਮੈਂ ਦੀਜੈ। ਇਹ ਜਿਹੜਾ ਦਰਬ ਹੈ, ਧਨ ਹੈ, ਇਹਨੂੰ ਭਲੇ ਕੰਮਾਂ 'ਚ ਲਾ ਦੇ। ਫਿਰ ਉਹ ਭਲੇ ਕਰਮ ਤੇਰੇ ਨਾਲ ਨਿਭਣਗੇ, ਤੇਰੇ ਅੰਤਸ਼ਕਰਨ ਨੂੰ ਸ਼ੁੱਧ ਕਰਨਗੇ।
ਇਹ ਜਿਹੜਾ ਧਨ ਹੈ ਇਕੱਠਾ ਕੀਤਾ ਇਹਨੂੰ ਪਰਉਪਕਾਰ ਵਿੱਚ ਲਾ ਦੇ। ਆਗੇ ਹੋਵੇਂ ਤੋਹੇ ਸਹਾਈ। ਇਹ ਜਿਹੜਾ ਕਰਮ ਕਰੇਗਾ ਨਾ ਤੂੰ ਭਲੇ ਕਰਮ ਕਰੇਗਾ, ਇਹੀ ਕਰਮ ਤੇਰੇ ਅੱਗੇ ਸਹਾਈ ਹੋਣਗੇ। ਸਤਨਾਮ ਜਪੀਐ ਲਿਵ ਲਾਈ। ਪਰ ਇਹਨਾਂ ਕਰਮਾਂ ਦੇ ਨਾਲ ਨਾਲ ਸੱਚਾ ਨਾਮ ਜ਼ਰੂਰ ਜਪਣਾ ਦੁਨੀ ਚੰਦ। ਨਾਮ ਦੀ ਕਮਾਈ ਜਿਹੜੀ ਹੈ ਉਹ ਵੀ ਜ਼ਰੂਰ ਕਰਨੀ ਹੈ। ਸਤ ਸੰਗਤ ਕੋ ਕਰੋ ਮਿਲਾਪਾ। ਔਰ ਦੋਵੇਂ ਵੇਲੇ ਸਤ ਸੰਗ ਕਰਨਾ, ਸਤ ਸੰਗਤ ਵਿੱਚ ਜਾ ਕੇ ਕਥਾ ਕੀਰਤਨ ਸੁਣਨਾ। ਤਜੀਏ ਅਪਰ ਬਿਕਾਰ ਕਲਾਪਾ। ਆ ਜਿਹੜੇ ਵਿਕਾਰ ਕਲਾਪ ਨੇ ਸਾਰੇ ਛੱਡ ਦੇ। ਇਸ ਪ੍ਰਕਾਰ ਸੁਨ ਗੁਰ ਕੀ ਬਾਣੀ। ਇਸ ਪ੍ਰਕਾਰ ਨਾਲ ਦੁਨੀ ਚੰਦ ਨੇ ਸਤਿਗੁਰੂ ਜੀ ਦੇ ਬਚਨ ਸੁਣੇ। ਦੁਨੀ ਚੰਦ ਮੈਂ ਮਨ ਮੈਂ ਭਲ ਮਾਨੀ। ਦੁਨੀ ਚੰਦ ਨੇ ਨਾ ਬਚਨਾਂ ਨੂੰ ਭਲਾ ਕਰਕੇ ਮੰਨਿਆ। ਅਧਿਕ ਦਰਬ ਇਕੱਠੋ ਕੀਏ ਜੇਤੋ। ਜਿੰਨਾ ਧਨ ਨੇ ਇਕੱਠਾ ਕੀਤਾ ਸੀ ਸੰਤਨ ਹਿਤ ਖਰਚਿਓ ਸਭ ਤੇ ਤੋ। ਇਹਨੇ ਸਤਪੁਰਸ਼ਾਂ ਵਾਸਤੇ ਉਸ ਧਨ ਨੂੰ ਖਰਚਣਾ ਸ਼ੁਰੂ ਕਰ ਦਿੱਤਾ। ਜੇ ਧਨ ਗਿਆ ਤਾਂ ਜਾਣਦੇ, ਜੇ ਰਾਚਾ ਰੰਗ ਏਕ, ਕਹਿੰਦੇ ਤਾਂ ਬੜਾ ਸਸਤਾ ਸੌਦਾ ਹੈ। ਜੇ ਧਨ ਦੇ ਗਿਆ ਰੱਬ ਦੀ ਪ੍ਰੀਤ ਮਿਲਦੀ ਹੈ ਤੇ ਫਿਰ ਤਾਂ ਬੜਾ ਸਸਤਾ ਸੌਦਾ। ਜਾਣਦੇ ਹੋ ਇਹਨੂੰ? ਦੁਨੀ ਚੰਦ ਨੇ ਇਹਨੂੰ ਸਤਪੁਰਸ਼ਾਂ ਦੇ ਖਰਚ ਵਿੱਚ ਖਰਚਿਆ। ਅਨੇਕ ਪ੍ਰਕਾਰ ਕਰਾਏ ਆਹਾਰਾ। ਭੋਜਨ ਲਾ ਦਿੱਤੇ, ਲੰਗਰ ਲਾ ਦਿੱਤੇ ਲੋੜਵੰਦਾਂ ਵਾਸਤੇ। ਸੰਤਨ ਕਰਿਓ ਪ੍ਰਸੰਨ ਜਿਵਾਰਾ। ਸਤਪੁਰਸ਼ਾਂ ਵਿਆਗਤਾਂ ਨੂੰ ਭੋਜਨ ਛਕਾ ਕੇ ਪ੍ਰਸੰਨ ਕੀਤਾ। ਬਹੁਤੇ ਬਸਤਰ ਸਿਵਾਏ ਪਹਿਰਾਏ। ਕੱਪੜਿਆਂ ਦਾ ਲੰਗਰ ਲਾ ਦਿੱਤਾ। ਜਿਹਦੇ ਕੋਲ ਕੱਪੜਾ ਨਹੀਂ ਸੀ ਉਹਨੂੰ ਸਵਾ ਕੇ ਕੱਪੜੇ ਦਾਨ ਕੀਤੇ। ਮਿਲ ਸਤ ਸੰਗਤ ਸਮਾ ਬਿਤਾਏ। ਨਾਲੇ ਭਲਾ ਕਰਦਾ, ਨਾਲੇ ਸਤ ਸੰਗ ਵਿੱਚ ਬਹਿ ਕੇ ਸਮਾਂ ਬਤੀਤ ਕਰਦਾ। ਨਾਲੇ ਜਿਹੜੀ ਇਹਦੀ ਕਿਰਤ ਹੈ ਉਹ ਵੀ ਧਰਮ ਨਾਲ ਕਰਨ ਲੱਗ ਪਿਆ, ਧਰਮ ਦੀ ਕਿਰਤ ਕਰਦਾ। ਸਿਮਰਹਿ ਵਾਹਿਗੁਰੂ ਸਤਨਾਮੂ। ਨਾਲ ਰਸਨਾ ਤੋਂ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਇਹਦਾ ਜਾਪ ਆਪਣੀ ਰਸਨਾ ਤੋਂ ਜਪਦਾ ਹੈ। ਤਜੇ ਬੇਅਰਥ ਜੇ ਕਰਕੇ ਕਾਮੂ। ਜਿਹੜੇ ਵਿਅਰਥ ਕਾਮ ਸਨ ਸਾਰੇ ਉਹ ਛੱਡ ਦਿੱਤੇ। ਭਾ ਨਿਹਾਲ ਤਤਕਾਲ ਬਿਸ਼ਾਲਾ। ਔਰ ਨਿਹਾਲ ਹੋ ਗਿਆ, ਤਾਤਕਾਲ ਉਸੇ ਵੇਲੇ ਨਿਹਾਲ ਹੋ ਗਿਆ। ਧਾਰੇ ਉਪਦੇਸ਼ ਜੋ ਦਇਓ ਦਇਆਲਾ। ਜਿਹੜਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਉਹ ਉਪਦੇਸ਼ ਨੇ ਆਪਣੇ ਹਿਰਦੇ 'ਚ ਵਸਾ ਲਿਆ, ਆਪਣੇ ਹਿਰਦੇ 'ਚ ਧਾਰਨ ਕਰ ਲਿਆ। ਜਿਸ ਤੇ ਬਿਦਾ ਹੋਏ ਬਿਦਨੀ ਕੀ। ਜਗਤ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਏਦਾਂ ਦੁਨੀ ਚੰਦ ਨੂੰ ਕਿਰਤਾਰਥ ਕਰਕੇ, ਵੇਖੋ ਬੜਾ ਔਖੀ ਘਾਟੀ ਸੀ, ਸਾਰੀ ਜ਼ਿੰਦਗੀ ਇਕੱਠਾ ਕੀਤਾ ਸੀ ਧਨ, ਇੱਕਦਮ ਉਹਨੂੰ ਛੱਡਣ ਵਾਸਤੇ ਕਿਤਨਾ ਜਿਗਰਾ ਹੋਵੇਗਾ। ਗੁਰੂ ਸਾਹਿਬ ਜੀ ਦਾ ਉਪਦੇਸ਼ ਕਿਸ ਤਰੀਕੇ ਨਾਲ ਅਪਣਾਇਆ ਹੈ ਦੁਨੀ ਚੰਦ ਨੇ ਕਿ ਉਹਦੇ ਨਾਲ ਪਰਉਪਕਾਰ ਵਾਲੇ ਪਾਸੇ ਉਸ ਧਨ ਨੂੰ ਲਾ ਦਿੱਤਾ। ਇਹ ਤਿਆਗ ਸੀ, ਕਿਉਂਕਿ ਤਿਆਗ ਤੋਂ ਬਿਨਾਂ ਖੇਡ ਨਹੀਂ ਸੀ ਬਣਨੀ। ਜੇ ਮਮਤਾ ਬਣੀ ਰਹਿੰਦੀ ਤੇ ਫਿਰ ਗੁਰੂ ਸਾਹਿਬ ਜੀ ਦੀ ਕਰੁਣਾ ਹਿਰਦੇ 'ਚ ਨਹੀਂ ਸੀ ਵਰਤਣੀ। ਇਸ ਕਰਕੇ ਤਿਆਗ ਕਰਕੇ ਆਨੰਦ ਵਿੱਚ ਹੋ ਗਿਆ, ਸੁਖੀ ਹੋ ਗਿਆ, ਭਜਨ ਕਰਨ ਲੱਗ ਪਿਆ। ਔਰ ਦੁਨੀ ਚੰਦ ਕੁਝ ਸਮੇਂ ਵਿੱਚ ਹੀ ਨਿਹਾਲ ਹੋ ਗਿਆ। ਇਹਨੂੰ ਕਹਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ, ਨਿਹਾਲ ਹੋ ਗਿਆ। ਭਾਈ ਗਲਤਾ ਨਿਹਾਲ, ਨਿਹਾਲ ਨਿਹਾਲ ਨਿਹਾਲ, ਭਾਈ ਗਲਤਾ ਨਿਹਾਲ, ਨਿਹਾਲ ਨਿਹਾਲ ਨਿਹਾਲ, ਨਿਹਾਲ ਹੋ ਗਿਆ ਦੁਨੀ ਚੰਦ। ਗੁਰੂ ਸਾਹਿਬ ਜੀ ਨੇ ਦਇਆ ਕੀਤੀ, ਲਾਹੌਰ ਸ਼ਹਿਰ ਦੇ ਵਿੱਚ ਅਨੇਕਾਂ ਪ੍ਰਾਣੀਆਂ ਨੂੰ ਮੁਕਤ ਕੀਤਾ ਔਰ ਗਰੀਬ ਨਵਾਜ ਸਾਹਿਬ ਜੀ ਇੱਥੋਂ ਅੱਗੇ ਚੱਲੇ। ਸਿਮਰਤ ਸੁਧ ਕੀਨੀ ਭਗਨੀ ਕੀ। ਉਧਰ ਬੇਬੇ ਨਾਨਕੀ ਸੁਲਤਾਨਪੁਰ ਸਾਹਿਬ, ਉਹਨੇ ਚੇਤਾ ਕੀਤਾ, ਬੇਬੇ ਨਾਨਕੀ ਨੇ ਯਾਦ ਕੀਤਾ ਗਰੀਬ ਨਵਾਜ ਸਤਿਗੁਰਾਂ ਨੂੰ। ਮਰਦਾਨੇ ਸੋ ਗਿਰਾ ਅਲਾਈ। ਮਰਦਾਨੇ ਨੂੰ ਸਤਿਗੁਰੂ ਜੀ ਕਹਿਣ ਲੱਗੇ ਕਿਉ ਯਾਦ ਭਗਨੀ ਮੁਝ ਤਾਈ। ਮਹਾਰਾਜ ਜੀ ਕਹਿੰਦੇ ਮਰਦਾਨਿਆ ਬੇਬੇ ਨੇ ਯਾਦ ਕੀਤਾ, ਅਸਾਂ ਬੇਬੇ ਨਾਲ ਬਚਨ ਕੀਤਾ ਹੋਇਆ। ਜਦੋਂ ਬੇਬੇ ਜੀ ਯਾਦ ਕਰੋਗੇ ਜਿੱਥੇ ਵੀ ਹੋਵਾਂਗੇ ਝੱਟ ਤੁਹਾਡੇ ਕੋਲ ਆਵਾਂਗੇ। ਤੋ ਬੇਬੇ ਨਾਨਕੀ ਜੀ ਨੇ ਯਾਦ ਕੀਤਾ ਹੈ। ਚੱਲ ਸੁਲਤਾਨਪੁਰੇ ਸੁਧ ਲੀਜੈ। ਚੱਲ ਮਰਦਾਨਿਆਂ ਚੱਲੀਏ ਸੁਲਤਾਨਪੁਰ ਸਾਹਿਬ ਤੇ ਚੱਲ ਕੇ ਬੇਬੇ ਦੀ ਖਬਰ ਲਈਏ। ਬੇਬੇ ਜੀ ਕੀ ਖੁਸ਼ੀ ਕਰੀ ਜੈ। ਔਰ ਬੇਬੇ ਜੀ ਦੀ ਖੁਸ਼ੀ ਲਈਏ।
ਵੱਡੇ ਭੈਣ ਨੇ ਬੇਬੇ ਨਾਨਕੀ ਜੀ, ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ, ਉਹਨਾਂ ਦੀ ਚੱਲ ਕੇ ਖੁਸ਼ੀ ਲਈਏ। ਸਤਿਗੁਰੂ ਜੀ ਚੱਲ ਕੇ ਸੁਲਤਾਨਪੁਰ ਸਾਹਿਬ ਆ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਆਵਾਜ਼ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ, ਬੇਨਤੀ ਹੈ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ, ਉਹਨਾਂ ਦੀ ਸਾਲਾਨਾ ਬਰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ੍ਹ ਸਵੇਰੇ 9 ਤੋਂ 11 ਵਜੇ ਤੱਕ ਮਨਾਈ ਜਾ ਰਹੀ ਹੈ, ਜਿਸ ਵਿੱਚ ਭਾਈ ਸ਼ੌਕੀਨ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਕੀਰਤਨ ਦੀ ਹਾਜ਼ਰੀ ਭਰਨਗੇ, ਔਰ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਉਹ ਕਥਾ ਦੀ ਹਾਜ਼ਰੀ ਭਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਗੁਰਮਤਿ ਸਮਾਗਮ ਹਨ, ਨਿਰੋਲ, ਕੋਈ ਰਾਜਨੀਤਿਕ ਨਹੀਂ। ਇਹਨਾਂ ਸਮਾਗਮਾਂ ਵਿੱਚ ਆਪ ਜੀ ਹਾਜ਼ਰੀਆਂ ਭਰੋ ਔਰ ਸਤਿਗੁਰਾਂ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਬੇਨਤੀ ਆਪ ਸਮੂਹ ਸੰਗਤ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਭੀ ਹੋਵਨ ਹਾਰ ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜਾ ਨਾਮਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।